ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਜੀ ਬਿਘਨ ਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਾਮ ਨਿਸਾ ਤੇ ਗਾਵਹੀਂ ਆਸਾ ਵਾਰ ਸੁਹਾਏ। ਬ੍ਰਿੰਦਰ ਬਾਬੀ ਰਸ ਕਰੈ ਰਾਗ ਅਨੇਕ ਸੁਨਾਏ। ਜਾਮ ਨਿਸਾ ਤੇ ਗਾਵਹੀਂ ਆਸਾ ਵਾਰ ਸੁਹਾਏ। ਬ੍ਰਿੰਦ ਬਾਬੀ ਰਸ ਕਰੈ ਰਾਗ ਅਨੇਕ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਦਇਆ ਨਿਧ ਕਿਰਪਾ ਦੇ ਖਜ਼ਾਨੇ ਸਤਿਗੁਰੂ। ਧੰਨ ਧੰਨ ਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੰਦਰ ਸੰਧਿਆ ਦੇ ਸਜ ਰਹੇ ਦੀਵਾਨਾਂ ਅੰਦਰ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਵੱਡੇ ਭਾਗਾਂ ਦੇ ਪ੍ਰਤਾਪ ਸਦਕਾ ਆਪ ਜੀ ਨੂੰ ਨਿਤਾ ਪ੍ਰਤੀ ਸਤ ਸੰਗਤ ਸਾਧ ਸੰਗਤ ਦੀਆਂ ਮੋਲ ਘੜੀਆਂ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਬਾਦਸ਼ਾਹ ਦਰਵੇਸ਼ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਲੜੀਵਾਰ ਰੂਪ ਅੰਦਰ ਆਪ ਜੀ ਸਰਵਣ ਕਰਕੇ ਸਮੇਂ ਨੂੰ ਮਨੁੱਖਾ ਜਾਮੇ ਨੂੰ ਸਫਲ ਬਣਾਉਂਦੇ ਹੋ। ਸਤਿਗੁਰਾਂ ਦੇ
ਆਨੰਦ ਕਾਰਜਾਂ ਦੇ ਪ੍ਰਸੰਗ ਸਾਧ ਸੰਗਤ ਜੀ ਪਿਛਲੇ ਦਿਨਾਂ ਤੋਂ ਆਪ ਜੀ ਸ਼ਰਵਣ ਕਰ ਰਹੇ ਹੋ। ਸ੍ਰੀ ਅਨੰਦਪੁਰ ਸਾਹਿਬ ਤੋਂ ਜਗਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਰਾਤ ਚੜ੍ਹੀ ਹੈ। ਬੇਅੰਤ ਸਿੱਖ ਸੂਰਮੇ, ਬੇਅੰਤ ਸੰਗਤ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰ ਰਹੀ ਹੈ। ਬਹੁਤ ਤੇਜ ਪ੍ਰਤਾਪ ਜਾਹੋ ਜਲਾਲ ਹੈ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਾਤਸ਼ਾਹ ਜੀ ਦਾ। ਤੇ ਗੁਰੂ ਕੇ ਲਾਹੌਰ ਜਿਹੜਾ ਮਹਾਰਾਜ ਨੇ ਆਪ ਹੀ ਕਿਰਪਾ ਕਰਕੇ ਨਗਰ ਵਸਾਇਆ, ਉੱਥੇ ਬਰਾਤ ਪਹੁੰਚੀ। ਗੁਰੂ ਕੇ ਲਾਹੌਰ ਵਾਲੀ ਸਿੱਖ ਸੰਗਤ ਨੇ ਬੜਾ ਮਾਣ ਸਤਿਕਾਰ ਸਤਿਗੁਰਾਂ ਦਾ ਕਰਦਿਆਂ ਅੱਗੋਂ ਲੈਣ ਆਏ। ਬੇਅੰਤ ਭੇਟਾਵਾਂ ਗਰੀਬ ਨਵਾਜ਼ ਨੂੰ ਦਰਸ਼ਨਾਂ ਦੀ ਭੇਟਾ ਉਹ ਅਰਪਣ ਕੀਤੀ। ਸਤਿਗੁਰੂ ਜੀ ਇਹਨਾਂ ਦਾ ਪ੍ਰੇਮ ਭਾਵ ਜਾਣ ਕੇ ਬਹੁਤ ਪ੍ਰਸੰਨ ਹੋਏ। ਤੋ ਮਹਾਰਾਜ ਨੂੰ ਲੈ ਕਰਕੇ ਨਾਲ ਜਿੱਥੇ ਜੰਝਵਾਸ ਜੰਝ ਘਰ ਹੈ, ਤੰਬੂ ਲੱਗੇ ਹੋਏ, ਕਨਾਤਾਂ ਸਜੀਆਂ ਸਿੱਖਾਂ ਵਾਸਤੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਾਸਤੇ ਇੱਕ ਵੱਖਰਾ ਨਵੇਕਲਾ ਸੁੰਦਰ ਸ਼ਮਿਆਨਾ, ਚਾਂਦੀ ਦੀਆਂ ਚੋਬਾਂ, ਰੇਸ਼ਮ ਦੀਆਂ ਡੋਰਾਂ ਨਾਲ ਬੱਧੀਆਂ, ਚੰਦੋਆ ਸਾਹਿਬ ਝੂਲਦਾ ਹੈ। ਐਸਾ ਤਖਤ, ਐਸਾ ਸੁੰਦਰ ਮਹਾਰਾਜ ਵਾਸਤੇ ਤੰਬੂ ਸਜਿਆ ਹੋਇਆ। ਸੋ ਪਾਤਸ਼ਾਹ ਜੀ ਗਰੀਬ ਨਵਾਜ਼ ਦੇ ਸੀਸ ਉੱਪਰ ਚੌਰ ਸਾਹਿਬ ਹੁੰਦਾ, ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ। ਫਿਰ ਸਮਾਂ ਆਏ ਤੋਂ ਸੱਦਾ ਭੇਜਿਆ ਗਿਆ ਵੀ ਮਹਾਰਾਜ ਪੰਡਾਲ ਤਿਆਰ ਹੈ, ਆਪ ਜੀ ਆਨੰਦ ਕਾਰਜ ਵਾਸਤੇ ਪਹੁੰਚੋ। ਹਰ ਜਸ ਜੀ ਦੇ ਗ੍ਰਹਿ ਵਿਖੇ ਆਨੰਦ ਕਾਰਜ ਹੋਏ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੁਫੇਰੇ ਪਰਿਕਰਮਾ 4 ਲਾਵਾਂ ਗੁਰੂ ਕਲਗੀਧਰ ਸਾਹਿਬ ਜੀ ਨੇ ਆਨੰਦ ਕਾਰਜ ਦੀਆਂ ਕੀਤੀਆਂ, ਲਈਆਂ, ਮਰਿਆਦਾ ਪੂਰੀ ਕੀਤੀ। ਜਗਤ ਮਾਤਾ ਮਾਤਾ ਜੀਤ ਕੌਰ ਜੀ ਨਾਲ ਆਪ ਜੀ ਦੇ ਆਨੰਦ ਕਾਰਜ ਹੋਏ ਹੈ। ਇੱਥੋਂ ਸਾਧ ਸੰਗਤ ਜੀ ਫਿਰ ਉਹਨਾਂ ਫਿਰ ਜੰਝ ਘਰ ਆਏ। ਬਹੁਤ ਗੁਰੂ ਕੇ ਲਾਹੌਰ ਦੀ ਸੰਗਤ ਚਾਅ ਉਤਸ਼ਾਹ ਕਰਦੀ ਹੈ। ਫੁੱਲ ਝੜੀਆਂ, ਦੀਪਮਾਲਾ ਹੋਈ, ਆਤਿਸ਼ਬਾਜ਼ੀਆਂ ਅਸਮਾਨ ਨੂੰ ਛੂੰਹਦੀਆਂ, ਬਹੁਤ ਭਾਰੀ ਜਾਹੋ ਜਲਾਲ ਤੇਜ ਪ੍ਰਤਾਪ ਸਤਿਗੁਰਾਂ ਦੇ ਆਨੰਦ ਕਾਰਜਾਂ ਦਾ ਸਿੱਖ ਸੰਗਤਾਂ ਮਾਣ ਰਹੀਆਂ ਹਨਗੀਆਂ। ਐਸੇ ਸੁੰਦਰ ਪ੍ਰਸੰਗ ਆਪ ਜੀਆਂ ਕੱਲ੍ਹ ਦੀਵਾਨ ਵਿੱਚ ਸ਼ਰਵਣ ਕੀਤੇ। ਅਗਲੀ ਜਿਹੜੀ ਗਾਥਾ ਹੈ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਪ੍ਰਤਾਪ ਦੀ, ਮਹਿਮਾ ਦੀ, ਵਡਿਆਈ ਦੀ ਚਿੱਤ ਬਿਰਤੀ ਇਕਾਗਰ ਕਰਦਿਆਂ ਸ਼ਰਵਣ ਕਰੀਏ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਾਮ ਨਿਸਾ ਤੇ ਗਾਵਹੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ। ਅੰਮ੍ਰਿਤ ਵੇਲੇ ਗੁਰੂ ਕਲਗੀਧਰ ਸਾਹਿਬ ਜੀ ਦੇ ਮੂੰਹ ਹਨੇਰੇ ਆਨੰਦ ਕਾਰਜ ਸੰਪੂਰਨ ਹੋ ਗਏ ਸਨ। ਉਸ ਤੋਂ ਬਾਅਦ ਜਾਮ ਨਿਸਾ ਤੇ ਗਾਵਹੀ, ਜਦੋਂ ਇੱਕ ਪਹਿਰ ਰਾਤ ਰਹਿੰਦੀ ਅਜੇ ਦਿਨ ਚੜ੍ਹਨ ਦੇ ਵਿੱਚ, ਅੰਮ੍ਰਿਤ ਵੇਲੇ ਜਿਵੇਂ ਕੋਈ 3 ਵੱਜ ਜਾਂਦੇ ਹੈ, ਜਾਂ ਕਹਿ ਲਓ ਸੂਰਜ ਚੜ੍ਹਨ ਤੋਂ 3 ਘੰਟੇ ਪਹਿਲਾਂ, ਅੱਜ ਦੇ ਸਮੇਂ ਅਨੁਸਾਰ ਉਹਨੂੰ ਇੱਕ ਪਹਿਰ ਰਾਤ ਰਹਿੰਦਾ ਕਹਿ ਦਿੰਦੇ ਆ। ਇੰਨਾ ਕੁ ਸਮਾਂ ਅਜੇ ਹੋਇਆ ਸੀ ਤੇ ਰਾਗੀ ਸਿੱਖ ਗੁਰਮੁਖ ਪਿਆਰੇ ਕੀਰਤਨ ਗਾਉਂਦੇ ਆ। ਆਸਾ ਵਾਰ ਸੁਹਾਏ। ਸ਼੍ਰੀ ਆਸਾ ਜੀ ਕੀ ਵਾਰ ਸੁਹਾਏ ਕਹੀਏ, ਸੁਭਾਏ ਮਾਨ ਸੁੰਦਰ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ, ਜਿਸ ਦਾ ਕੀਰਤਨ ਹੋ ਰਿਹਾ ਹੈ। ਬਰਿੰਦ ਰਬਾਬੀ ਰਸ ਕਰੈ। ਜਿੰਨੇ ਰਬਾਬੀ ਸਿੱਖ ਗੁਰਬਾਣੀ ਗਾ ਰਹੇ ਹੈ ਤੇ ਗੁਰਬਾਣੀ ਬਹੁਤ ਸੁੰਦਰ ਰਾਗਾਂ ਵਿੱਚ ਗਾ ਰਹੇ, ਬੜਾ ਰਸ ਹੋ ਰਿਹਾ ਹੈ, ਬੜਾ ਸਿੱਖ ਸੰਗਤਾਂ ਨੂੰ ਸੁਣ ਸੁਣ ਕੇ ਆਨੰਦ ਹੋ ਰਿਹਾ ਹੈ। ਰਾਗ ਅਨੇਕ ਸੁਨਾਏ। ਤੇ ਨਾਲ ਅਨੇਕਾਂ ਰਾਗਾਂ ਦੇ ਸ਼ਬਦ, ਕਦੇ ਬਿਲਾਵਲ ਦੇ ਭਾਵ ਹਰੇਕ ਰਾਗ ਦੇ ਸ਼ਬਦ ਜਿਹੜੇ ਹੈ ਉਹ ਆਸਾ ਜੀ ਦੀ ਵਾਰ ਦੇ ਵਿੱਚ ਜਿਵੇਂ
ਉਹ ਗਾਉਂਦੇ ਐ ਛੱਕੇ, ਉਹਨਾਂ ਨਾਲ ਸ਼ਬਦ ਗੁਰੂ ਕੀ ਬਾਣੀ ਦੇ ਹੋਰ ਰਾਗਾਂ ਦੇ ਰਲਾ ਕੇ ਇਸ ਤਰ੍ਹਾਂ ਪਾਵਨ ਪਵਿੱਤਰ ਆਸਾ ਜੀ ਕੀ ਵਾਰ ਦੇ ਕੀਰਤਨ ਹੋ ਰਹੇ ਹਨ ਜੀ। ਹਾਕਲ ਛੰਦ ਸਿੱਖ ਸੁਨਹਿ ਪ੍ਰੇਮ ਉਪਜਾਏ। ਆ ਇਦਾਂ ਸਾਧ ਸੰਗਤ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਤੇ ਦੀਵਾਨ ਸਜਿਆ ਅੰਮ੍ਰਿਤ ਵੇਲੇ ਦਾ। ਗੁਰੂ ਕਲਗੀਧਰ ਸਾਹਿਬ ਜੀ ਵੀ ਸਜੇ ਹੋਏ, ਸਿੱਖ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰ ਰਹੀਆਂ, ਬੜੇ ਪ੍ਰੇਮ ਨਾਲ ਗੁਰਬਾਣੀ ਸੁਣਦੀਆਂ ਹਨ। ਤਨ ਮਾਨੁਖ ਕਰ ਸਫਲਾਏ। ਕਿਉਂ ਬਾਣੀ ਸੁਣਦੀਆਂ ਸੰਗਤਾਂ? ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏਂਦਾ। ਸੋ ਆਪਦੇ ਸਰੀਰ ਨੂੰ, ਮਨੁੱਖਾ ਜਾਮੇ ਨੂੰ ਬਾਣੀ ਸੁਣ ਸੁਣ ਕੇ, ਕੀਰਤਨ ਸੁਣ ਸੁਣ ਕੇ ਸਿੱਖ ਸਫਲਾ ਕਰ ਰਹੇ ਹਨ। ਨਰ ਵੱਡੀ ਬਰਾਤ ਸਭ ਜਾਗੇ। ਦਿਨ ਚੜ੍ਹਦਾ ਜਾਂਦਾ, ਜਿਵੇਂ ਜਿਵੇਂ ਉਹ ਨਗਰ ਦੇ ਲੋਕ ਜਿਹੜੇ ਸੁੱਤੇ ਹੋਏ ਸਨ ਉਹ ਵੀ ਜਾਗ ਪਏ ਹਨ ਜੀ। ਲਗ ਦੁੰਦਬ ਬਾਜਨ ਲੱਗੇ। ਤੜਕੇ ਹੁੰਦਿਆਂ ਸਾਰੀ ਅੰਮ੍ਰਿਤ ਵੇਲਾ ਤੇ ਖੁਸ਼ੀ ਦੇ ਨਗਾਰੇ ਧੌਂਸੇ ਵੱਜ ਰਹੇ ਹਨ ਜੀ। ਧੁਨ ਨੌਬਤ ਕੀ ਮਨ ਭਾਈ। ਤੇ ਨੌਬਤ ਵੀ ਇਹ ਨਗਾਰੇ ਦੀ ਕਿਸਮ ਹੈ। ਨੌਬਤ ਜਿਹੜਾ ਛੋਟਾ ਨਗਾਰਾ, ਉਹਦੀ ਵੀ ਬੜੀ ਭਾਰੀ ਆਵਾਜ਼ ਆ ਰਹੀ ਹੈ। ਨਰ ਨਾਰ ਆਨੰਦ ਉਪਜਾਈ। ਮਾਈ ਭਾਈ ਸਿੱਖ ਸੰਗਤਾਂ ਕੀਰਤਨ ਸੁਣਦੀਆਂ ਤੋ ਇਦਾਂ ਨਗਾਰੇ ਵੱਜਦੇ ਐ, ਬਹੁਤ ਖੁਸ਼ੀ ਦੇ ਖੇੜੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਹੋ ਰਹੀਆਂ। ਸੋ ਜਿਸ ਕਰਕੇ ਸਿੱਖ ਬੜੇ ਪ੍ਰਸੰਨ ਹੋ ਰਹੇ ਹਨ ਜੀ, ਬੜਾ ਆਨੰਦ ਪੈਦਾ ਹੋ ਰਿਹਾ ਹੈ। ਧੁਨ ਵੱਜੇ ਸਭ ਹੀ ਬਾਜੇ। ਸਭ ਤਰ੍ਹਾਂ ਦੇ ਜਿਹੜੇ ਬਾਜੇ ਹੁੰਦੇ ਐ, ਜਿਵੇਂ ਸ਼ੰਖ ਹੈ, ਨਰਸਿੰਗੇ ਹੈ, ਇਦਾਂ ਸ਼ਹਿਨਾਈਆਂ ਹਨਗੀਆਂ, ਬੜੇ ਤਰ੍ਹਾਂ ਦੇ ਜਿੰਨੇ ਕੁ ਸਾਜ਼ ਹੁੰਦੇ, 5 ਸ਼ਬਦ ਮੰਨੇ ਆ। ਤੇ ਜਿਵੇਂ ਇੱਕ ਘਨ ਹੁੰਦਾ ਹੈ, ਬਿੱਤ ਹੁੰਦਾ ਹੈ, ਸੁਸਰ ਹੁੰਦਾ ਹੈ, ਵੀ ਜਿਵੇਂ ਵਾਜੇ 5 ਸ਼ਬਦ, 5 ਸ਼ਬਦ ਮੰਨੇ। ਜਿਵੇਂ ਇੱਕ ਤਾਂ ਕਾਂਸੀ ਦੇ ਹੁੰਦੇ, ਜਿਵੇਂ ਉਹ ਪੂਰਦੇ ਆ, ਛੈਣੇ ਛੋਣੇ ਆ ਗਏ, ਇੱਕ ਉਹ ਸ਼ਬਦ ਨੂੰ ਘਨ ਕਹਿ ਦਿੰਦੇ ਆ। ਇੱਕ ਸੁਸਰ ਸ਼ਬਦ ਹੁੰਦੇ ਜਿਹੜੇ ਹਵਾ ਨਾਲ ਵੱਜਦੇ ਆ, ਜਿਵੇਂ ਬਾਂਸਰੀ ਬੂੰਸਰੀ ਬੀਣ ਹੋਈਆਂ, ਇਹ ਸਵਾਸਾਂ ਨਾਲ ਜਿਹੜੇ ਵੱਜਦੇ ਆ। ਇੱਕ ਸ਼ਬਦ ਹੁੰਦੇ ਆ ਜਿਵੇਂ ਜਿਹਦੇ 'ਤੇ ਪੁੜੇ ਵੱਜੇ ਹੁੰਦੇ, ਚੰਮ ਦੇ ਸ਼ਬਦ ਹੁੰਦੇ ਆ, ਜਿਹਦੇ 'ਚ ਢੋਲ ਆ ਗਏ, ਨਗਾਰੇ ਆ ਗਏ, ਤਬਲੇ ਆ ਗਏ। ਇੱਕ ਇਹ ਸ਼ਬਦ ਗਿਣੇ, 5 ਸ਼ਬਦ ਇਹ ਹੁੰਦੇ ਆ। ਤੇ ਇੱਕ ਜਿਵੇਂ ਉਹ ਕਾਂਸੀ ਦੀਆਂ, ਜਿਵੇਂ ਆ ਖੜਪਾਲਾਂ ਜਾਂ ਕੋਈ ਚੀਜ਼ ਵਜਾਉਣੀ, ਲੋਹੇ 'ਤੇ ਕੋਈ ਚੀਜ਼ ਮਾਰਨੀ, ਕਾਂਸੀ 'ਤੇ ਤਾਂਬੇ ਪਿੱਤਲ ਦੇ ਹੁੰਦੇ ਨਾ ਸਾਜ਼, ਇੱਕ ਉਹ ਸਾਜ਼ ਹੁੰਦੇ ਆ। ਇੱਕ ਚੰਮ ਦੇ ਸਾਜ਼, ਜਿਹਦੇ ਤਬਲੇ ਢੋਲੇ ਸਾਰੇ ਆ ਜਾਂਦੇ ਆ। ਇੱਕ ਸਾਹ ਨਾਲ ਵੱਜਦੇ ਆ, ਉਹ ਸਾਜ਼ ਆ ਜਾਂਦੇ ਆ। ਇਸ ਤਰ੍ਹਾਂ ਮਤਲਬ 5 ਤਰ੍ਹਾਂ ਦੇ ਜਿਹੜੇ ਸ਼ਬਦ ਮੰਨੇ ਆ। ਤੋ ਕਵੀ ਰਾਜ ਕਹਿੰਦੇ ਸਭ ਤਰ੍ਹਾਂ ਦੇ ਜਿਹੜੇ ਸ਼ਬਦ ਆ, ਸਭ ਤਰ੍ਹਾਂ ਦੇ ਜਿਹੜੇ ਰਾਜ ਸਾਜ਼ ਆ, ਵਾਜੇ ਕਹਿ ਲਓ, ਨਗਾਰੇ ਕਹਿ ਲਓ, ਬਾਂਸਰੀ, ਸ਼ੰਖ, ਸਾਰੇ ਹੀ ਵੱਜ ਰਹੇ ਹਨ। ਜਿਨ ਉਠਹੀ ਉੱਚ ਆਵਾਜੇ। ਜਿਨ੍ਹਾਂ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ, ਬਹੁਤ ਭਾਰੀ ਆਵਾਜ਼ ਆਉਂਦੀ ਹੈ। ਗੁਰ ਉਠ ਕਰ ਸੋਚ ਸਨਾਨੇ। ਇੱਧਰ ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਜੀ ਅੰਮ੍ਰਿਤ ਵੇਲੇ ਤੜਕੇ ਜਾਗੇ, ਪਹਿਰ ਸਵਾ ਪਹਿਰ ਰਹਿੰਦੇ ਆ, ਸਤਿਗੁਰਾਂ ਸੌਚਾਚਾਰ ਕਰਿਆ, ਸਾਧੀ ਸੋਧੀ, ਫਿਰ ਇਸ਼ਨਾਨ ਪਾਣ ਕੀਤਾ ਹੈ। ਸ਼ੁਭ ਬਸਤਰ ਪਹਿਰ ਬੋਠਾਨੇ। ਤੇ ਮਹਾਰਾਜ ਨੇ ਸੋਹਣੇ ਸ਼ੁਭ ਪਵਿੱਤਰ ਬਸਤਰ ਜਿਹੜੇ ਹੈ, ਮਹਾਰਾਜ ਨੇ ਨਵਾਂ ਬਾਣਾ ਆਪਦੇ ਸਰੀਰ ਤੇ ਸਜਾ ਲਿਆ ਹੈ। ਉਸ ਨੀਕ ਨੀਕ ਸਿਰ ਸੋਹੀ। ਤੇ ਸੀਸ ਦੇ ਉੱਪਰ ਸਤਿਗੁਰਾਂ ਦੇ ਸੁੰਦਰ ਦਮਾਲਾ ਦਸਤਾਰਾ ਸ਼ੋਭ ਰਿਹਾ ਹੈ। ਬੰਦ ਜਿਗਾ ਜਰਾਵ ਜਰੂਹੀ। ਸੀਸ ਦੇ ਦਮਾਲੇ ਉੱਪਰ ਜਿਗਾ ਬੰਨੀ ਹੋਈ ਹੈ, ਜਿਹਦੇ ਉੱਪਰ ਬੜੇ ਤਰ੍ਹਾਂ ਦੇ ਹੀਰੇ ਮੋਤੀ ਜੜੇ ਹੋਏ ਹੈ। ਤਰ ਕਲਗੀ ਤੁੰਗ ਬਿਰਾਜੀ। ਉਹਦੇ ਉੱਪਰ ਕਲਗੀ ਧਾਰਨ ਕੀਤੀ ਹੈ, ਜਿਹਦੇ ਵਿੱਚ ਹੀਰੇ ਮੋਤੀ ਜੜੇ ਹੋਏ ਹੈ। ਉੱਚੀ ਕਲਗੀ ਸਤਿਗੁਰੂ ਸਾਹਿਬ ਜੀ ਦੇ ਸੀਸ ਦੇ ਦਮਾਲੇ ਤੇ ਸ਼ੋਭ ਰਹੀ ਹੈ। ਮੁਕਤਾਨ ਸੰਗ ਸੁਭ ਸਾਜੀ। ਹੀਰੇ ਮੋਤੀ ਗੁੱਛਿਆਂ ਦੇ ਗੁੱਛੇ ਸੋਨੇ ਦੀ ਮੜੀ ਹੋਈ ਕਲਗੀ ਦੇ ਉੱਪਰ ਸ਼ੋਭਾ ਪਾਉਂਦੇ ਹਨ। ਗਰ ਮੋਤਿਨ ਮਾਲ ਬਿਸਾਲਾ। ਫਿਰ ਗਲ ਵਿੱਚ 3 ਲੜੀਆਂ ਅਥਵਾ 5 ਲੜੀਆਂ ਹਾਰ ਸੁੱਚੇ ਮੋਤੀਆਂ ਦਾ, ਉਹ ਸੱਚੇ ਪਾਤਸ਼ਾਹ ਜੀ ਦੀ ਛਾਤੀ ਤੇ ਬੰਨਿਆ ਹੋਇਆ ਗਲੇ ਨਾਲ ਸ਼ੋਭਦਾ ਹੈ। ਵਿੱਚ ਹੀਰੇ ਜੜੇ ਉਜਾਲਾ। ਉਸ ਹਾਰ ਦੇ ਵਿੱਚ ਹੀਰੇ ਜੜੇ ਹੋਏ ਆ ਤੇ ਐਨ ਦਮਕਾ ਮਾਰਦੇ ਪ੍ਰਕਾਸ਼ ਕਰਦੇ ਆ। ਉਹ ਹੀਰਿਆਂ ਦੀ ਜੋਤ ਜਗਮਗ ਜਗਮਗ ਕਰਦੀ ਹੈ। ਨਵ ਰਤਨੇ ਅੰਗਦ ਪਾਏ। ਇਦਾਂ ਖਾਲਸਾ ਜੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਬਹੁਤੇ ਪਾਏ ਹੋਏ ਆ ਨਾ, ਬਾਹਾਂ ਵਿੱਚ ਸੂਰਮਿਆਂ ਦੇ ਜੰਗ ਦਾ ਸ਼ਿੰਗਾਰ ਹੁੰਦਾ ਹੈ।
ਤੇ ਉਹਨਾਂ ਦੇ ਉੱਪਰ ਬਹੁਤ ਸੋਹਣੇ ਜਿਹੜੇ ਕਵੀ ਰਾਜ ਕਹਿੰਦੇ 9 ਰਤਨ ਉਹਨਾਂ ਦੇ ਉੱਪਰ ਜੜੇ ਹੋਏ ਆ। ਜਿਹੜੇ ਸਤਿਗੁਰਾਂ ਬਾਹਾਂ ਤੇ ਬਹੁਟੇ ਪਾਏ ਆ ਉਹਨਾਂ ਦੇ ਉੱਪਰ 9 ਰਤਨ ਜੜੇ ਹੋਏ ਹਨਗੇ। 9 ਤਰ੍ਹਾਂ ਦੇ ਰਤਨ, ਜਿਵੇਂ ਪੰਨਾ ਹੈ ਇਸ ਤਰ੍ਹਾਂ ਇਹ 9 ਰਤਨ ਗਿਣੇ ਆ। ਮੋਤੀ ਸੁੱਚਿਆਂ ਵਿੱਚ ਆ ਜਾਂਦੇ ਆ, ਹੀਰੇ ਆ, ਜਵਾਹਰ ਹੈ, ਪੰਨਾ ਹੈ, ਇਸ ਤਰ੍ਹਾਂ 9 ਤਰ੍ਹਾਂ ਦੇ ਰਤਨ ਮੰਨੇ ਆ। ਉਹ 9 ਰਤਨ ਸਤਿਗੁਰਾਂ ਦੇ ਬਾਹਾਂ ਤੇ ਪਾਏ ਡੌਲਿਆਂ ਤੇ ਬਹੁਟਿਆਂ ਉੱਪਰ ਜੜੇ ਹੋਏ ਹਨ। ਜਨ ਨਵ ਗ੍ਰਹਿ ਭੁਜ ਲਪਟਾਏ। ਇਉਂ ਕਹਿ ਲਓ ਵੀ ਉਹ 9 ਜਿਹੜੇ ਹੈ ਤਰ੍ਹਾਂ ਦੇ ਮੋਤੀ, 9 ਤਰ੍ਹਾਂ ਦੇ ਰਤਨ ਕਾਹਦੇ ਹੈ? 9 ਗ੍ਰਹਿ ਜਿਵੇਂ ਮਾਨੋ ਗੁਰੂ ਕਲਗੀਧਰ ਸਾਹਿਬ ਜੀ ਦੀ ਬਾਹਾਂ ਦੇ ਉੱਪਰ ਸੁਭਾਏਮਾਨ ਹੋ ਰਹੇ ਹਨ, ਆਪਦੇ ਆਪ ਨੂੰ ਸਫਲਾ ਕਰ ਰਹੇ ਹਨ। ਪੁਨ ਗਰੇ ਭਗਉਤੀ ਪਾਈ। ਫਿਰ ਸਤਿਗੁਰਾਂ ਦੇ ਗਲ ਵਿੱਚ ਪਾਵਨ ਪਵਿੱਤਰ ਤੇਗਾ ਸ਼੍ਰੀ ਸਾਹਿਬ ਸ਼ਾਸਤਰ ਧਾਰਨ ਕੀਤਾ ਹੋਇਆ ਹੈ। ਨਰ ਚਾਮਰ ਚਾਰ ਢੁਲਾਈ। ਤੇ ਇਸ ਗੁਰੂ ਕੇ ਸਿਆਣੇ ਸਿੱਖ ਜਿਹੜੇ ਹੈ ਉਹ ਸੋਹਣਾ ਚੌਰ ਸਾਹਿਬ ਗੁਰੂ ਕਲਗੀਧਰ ਸਾਹਿਬ ਦੇ ਸੀਸ ਉੱਪਰ ਝੁਲਾ ਰਹੇ, ਫੇਰ ਰਹੇ ਹੈ। ਬੜ ਫਰਸ ਮਖਮਲੀ ਹੋਵਾ। ਗਰੀਬ ਨਵਾਜ ਜਿੱਥੇ ਸਜੇ ਹੈ ਉਸ ਦੀਵਾਨ ਦੇ ਵਿੱਚ ਮਖਮਲ ਦੀ ਵਿਛਾਈ ਕੀਤੀ ਹੋਈ ਹੈ। ਜਿੱਥੇ ਸਿੱਖਾਂ ਬਹਿਣਾ ਹੈ ਨਾ ਸੰਗਤ ਜੀ, ਉਹ ਫਰਸ਼ ਆਮ ਸਧਾਰਨ ਨਹੀਂ ਹੈ। ਜਿੱਥੇ ਸਿੱਖ ਭਾਵ ਗੁਰੂ ਕਲਗੀਧਰ ਸਾਹਿਬ ਦੇ ਪੰਡਾਲ ਦੇ ਵਿੱਚ ਰੇਸ਼ਮ ਦਾ ਬਸਤਰ ਜਿਹੜਾ ਰਾਜੇ ਮਹਾਰਾਜੇ ਆਪਦੇ ਆਸਣਾ ਸਿੰਘਾਸਨਾਂ ਪਲੰਘਾਂ ਤੇ ਵਿਛਾਉਂਦੇ ਸੀ, ਤੇ ਗੁਰੂ ਕਲਗੀਧਰ ਸਾਹਿਬ ਦੇ ਦੀਵਾਨ ਵਿੱਚ ਸੰਗਤਾਂ ਦੇ ਪੈਰਾਂ ਥੱਲੇ ਰੇਸ਼ਮ ਦਾ ਬਸਤਰ ਜਿਹੜਾ ਰੁਲਦਾ ਹੁੰਦਾ ਸੀ। ਜਿੱਥੇ ਸੰਗਤਾਂ ਬਹਿਣਾ ਉਸ ਪੰਡਾਲ ਦੇ ਵਿੱਚ ਰੇਸ਼ਮ ਦੇ ਕੱਪੜੇ ਦੀ ਵਿਛਾਈ ਹੋਈ ਹੈ। ਬਰ ਝਾਲਰ ਜਰੀ ਚੰਦੋਆ। ਤੇ ਮਹਾਰਾਜ ਦੇ ਉੱਪਰ ਸੀਸ ਤੇ ਜਿਹੜਾ ਚੰਦੋਆ ਝੂਲਦਾ ਹੈ, ਝਾਲਰਾਂ ਜਿਨ੍ਹਾਂ ਦੇ ਉੱਪਰ ਹੀਰੇ ਮੋਤੀ ਜੜੇ ਹੋਏ ਹਨ ਜੀ। ਲੈ ਦੰਡ ਰਜਤ ਅਰ ਸੋਨੇ। ਸੋਨੇ ਤੇ ਚਾਂਦੀ ਦੀਆਂ ਚੋਬਾਂ ਲੈ ਕਰਕੇ ਨਿਰੇ ਸਿੱਖ ਜਿਹੜੇ ਪਹਿਰੇਦਾਰ ਹਨ। ਗਨ ਚੋਬਦਾਰ ਥਿਤ ਕੋਨੇ। ਉਹ ਚੋਬਦਾਰ ਖੜੇ ਹੋਏ ਆ ਚਾਂਦੀ ਦੀਆਂ ਚੋਬਾਂ ਲੈ ਕਰਕੇ ਨਾ, ਤੇ ਗੁਰੂ ਕੇ ਸਿੱਖ ਜਿਹੜੇ ਪਹਿਰੇਦਾਰ ਉਹ ਚੋਬਾਂ ਫੜ ਕੇ ਚਾਂਦੀ ਦੀ ਕਿਸੇ ਹੱਥ 'ਚ ਪੜੀ, ਕਿਸੇ ਦੇ ਸੋਨੇ ਦੀ, ਚੋਬਾਂ ਲੈ ਲੈ ਕੇ ਸੋਨੇ ਚਾਂਦੀ ਦੀਆਂ ਪਹਿਰੇਦਾਰ ਚੋਬਦਾਰ ਖੜੇ ਹੋਏ ਆ। ਤੇ ਜੇ ਨਹੀਂ ਉਹ ਗਿਆਤ ਤੇ ਚੋਬ ਹੁੰਦੀ ਖਾਲਸਾ ਜੀ, ਜਦੋਂ ਇੱਥੇ ਹੁਣ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਕੋਠਾ ਸਾਹਿਬ ਤੋਂ ਸਰੂਪ ਆਉਂਦਾ ਤੇ ਚਾਂਦੀ ਦੀਆਂ ਚੋਬਾਂ ਲੈ ਕੇ 2 ਸਿੱਖ ਪੁੱਠੇ ਪੈਰੀਂ ਤੁਰਦੇ ਹੁੰਦੇ ਮਹਾਰਾਜ ਵੱਲ ਨੂੰ ਮੁੱਖ ਕਰਕੇ। ਡਾਂਗ ਹੁੰਦੀ ਆ ਉਹਦੇ ਉੱਪਰ ਚਾਂਦੀ ਮੜੀ ਹੁੰਦੀ ਹੈ। ਹੁਣ ਜਦੋਂ ਆਪਾਂ ਦਰਸ਼ਨ ਕਰਨ ਗਏ ਤੇ ਡਿਊੜੀ ਦੇ ਨਾਲ ਇੱਕ ਸਿੰਘ ਲੰਘ ਕੇ ਨਹੀਂ ਇਧਰਲੇ ਪਾਸੇ ਖੱਬੇ ਹੱਥ ਡਿਊੜੀ ਦੇ ਖੜਾ ਹੋਇਆ ਸੀ, ਚੋਬ ਫੜ ਕੇ ਉਹ ਚਾਂਦੀ ਦੀ, ਉਹ ਜਿਹੜਾ ਚਾਂਦੀ ਦੀ ਉਹ ਡੰਗੋਰੀ ਹੁੰਦੀ, ਡਾਂਗ ਉਹਨੂੰ ਚੋਬ ਕਹਿੰਦੇ ਆ, ਤੇ ਉਹ ਸਿੱਖ ਨੂੰ ਚੋਬਦਾਰ ਕਹਿੰਦੇ। ਜਿਹੜੇ ਜਿਵੇਂ ਚੌਰ ਸਾਹਿਬ ਕਰਦਾ ਉਹ ਚੌਰ ਬਰਦਾਰ, ਝਾੜੂ ਫੇਰੇ ਉਹ ਝਾੜੂ ਬਰਦਾਰ। ਇਸੇ ਤਰ੍ਹਾਂ ਜਿਹੜਾ ਸੱਚੇ ਪਾਤਸ਼ਾਹ ਮਰਦੇ ਪਹਿਰੇ ਤੋਂ ਪਹਿਰੇਦਾਰ, ਸੇਵਾ ਕਰਦਾ ਉਹ ਸੇਵਾਦਾਰ, ਜਿਹਦੇ ਹੱਥ 'ਚ ਚੋਬ ਹੈ ਉਹ ਚੋਬਦਾਰ, ਨਗਾਰਾ ਵਜਾਉਣ ਵਾਲਾ ਨਗਾਰਚੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਚੋਬਦਾਰ ਹੈ ਸੋਨੇ ਚਾਂਦੀ ਦੀਆਂ ਫੜੀਆਂ ਤੇ ਆਪੋ ਆਪਣੀ ਸੇਵਾ ਵਿੱਚ ਜਿੱਥੇ ਜਿੱਥੇ ਸੇਵਾ ਲੱਗੀ ਹੈ ਉਥੇ ਨੁਕਰਾਂ ਵਿੱਚ ਲੱਗੇ ਖੜੇ ਹੋਏ ਹਨ, ਸੰਗਤ ਤੋਂ ਇੱਕ ਪਾਸੇ ਹੋ ਕਰਕੇ। ਤਬ ਮਾਤਲ ਆਏ ਕਿਰਪਾਲਾ। ਏਦਾਂ ਸੰਗਤ ਜੀ ਮਹਾਰਾਜ ਦਾ ਦੀਵਾਨ ਸਜ ਚੁੱਕਾ ਹੈ ਤੇ ਗਰੀਬ ਨਵਾਜ ਦੇ ਮਾਮਾ ਧੰਨ ਬਾਬਾ ਸ਼੍ਰੀ ਕਿਰਪਾਲ ਚੰਦ ਜੀ ਆ ਗਏ ਹਨ। ਸਜ ਬਸਤਰਨ ਸ਼ਸਤਰ ਵਿਸਾਲਾ। ਜਿਨ੍ਹਾਂ ਨੇ ਬੜੇ ਸੋਹਣੇ ਬਸਤਰ ਪਹਿਨੇ ਹੋਏ ਐ, ਆਪਣੇ ਸਰੀਰ ਤੇ ਸੋਹਣੀ ਤੇਗ ਪਹਿਨੀ ਹੋਈ, ਪੂਰੇ ਤਿਆਰ ਬਰ ਤਿਆਰ ਹਨ। ਬੜ ਵੀਰ ਪੰਚ ਜੇ ਬੀਰੰ। ਫਿਰ ਮਹਾਰਾਜ ਦੇ ਦੀਵਾਨ ਵਿੱਚ ਹੋਰ ਕੌਣ ਹੈ? ਧੰਨ 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 ਬੀਬੀ ਵੀਰੋ ਜੀ ਦੇ ਪੰਜੇ ਸਾਹਿਬਜ਼ਾਦੇ ਗੁਰੂ ਕਲਗੀਧਰ ਸਾਹਿਬ ਜੀ ਦੇ ਭੂਆ ਜੀ ਦੇ ਪੁੱਤ ਲੱਗਦੇ, ਸੰਗੋ ਸ਼ਾਹ ਤੇ ਗੰਗੋ ਸ਼ਾਹ, ਜੀਤਮਲ ਜੀ ਤੇ ਗੁਲਾਬ ਰਾਏ। ਇਸ ਤਰ੍ਹਾਂ ਇਹ 5 ਸੂਰਮੇ ਜਿਹੜੇ ਹੈ ਧੰਨ 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 ਸ਼੍ਰੀ ਮਾਤਾ ਬੀਬੀ ਵੀਰੋ ਜੀ ਦੇ ਸਾਹਿਬਜ਼ਾਦੇ ਤੇ ਗਰੀਬ ਨਵਾਜ ਦੇ ਭੂਆ ਦੇ ਪੁੱਤ, ਇਹ ਵੀ ਪੰਜੇ ਭਾਈ ਮਹਾਰਾਜ ਦੀ ਹਜ਼ੂਰੀ ਵਿੱਚ ਆ ਚੁੱਕੇ ਹਨ। ਜਨ ਪਾਂਡਵ ਦੇਹ ਸਰੀਰੰ। ਇਹ ਪੰਜੇ ਭਰਾ ਕਵੀ ਜੀ ਕਹਿੰਦੇ ਉਦਾਂ ਇਦਾਂ ਜਾਪਦੇ ਆ ਜਿਵੇਂ ਜਿਹੜੇ ਆ ਉਹ ਦੁਆਪਰ ਯੁੱਗ ਦੇ ਜਿਹੜੇ ਆ ਨਾ, ਕਹਿ ਲਓ ਕ੍ਰਿਸ਼ਨ ਭਗਵਾਨ ਦੇ ਨਾਲ ਪੰਜੇ ਪਾਂਡਵ ਸਨਗੇ। ਪੰਜੇ ਪਾਂਡਵਾਂ ਦੇ ਵਾਂਗਰਾਂ ਅਰਜਨ ਤੇ ਭੀਮ ਸੈਨ, ਨਕੁਲ, ਸਹਿਦੇਵ, ਯੁਧਿਸ਼ਟਰ, ਇਹ 5 ਭਰਾਵਾਂ ਦੇ ਵਾਂਗਰਾਂ ਇਹ ਪੰਜੇ ਭਰਾ ਗੁਰੂ ਕਲਗੀਧਰ ਸਾਹਿਬ ਜੀ ਦੇ ਭੂਆ ਦੇ ਪੁੱਤਰ ਸੋਭਦੇ ਹਨ। ਦਿਜ ਦਇਆ ਰਾਮ ਅਭਿਰਾਮੂ। ਇਦਾਂ ਸਜੇ ਦੀਵਾਨ ਵਿੱਚ ਮਹਾਰਾਜ ਪਾਤਸ਼ਾਹ ਜੀ ਸਜੇ ਹੋਏ ਤੇ ਮਹਾਰਾਜ ਦੀ ਬਾ ਕਮਾਲ ਸਭਾ ਸਜੀ ਹੋਈ ਹੈ। ਇੱਕ ਬ੍ਰਾਹਮਣ ਜਿਹੜਾ ਦਿਜ ਰਾਮ ਹੈ, ਇਹ ਸੱਚੇ ਪਾਤਸ਼ਾਹ ਮਲਕ ਜਾਤੀ ਦਾ
ਪੁੱਤਰ ਹੈ। ਮਲਕ ਜਾਤੀ ਉਹ ਸੂਰਮਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੰਗ ਯੁੱਧ ਨਾਲ ਰਹਿ ਕੇ ਲੜਦਾ ਰਿਹਾ, ਸਤਿਗੁਰੂ ਪਾਤਸ਼ਾਹ ਦਾ ਬੜਾ ਸ਼੍ਰੋਮਣੀ ਜਰਨੈਲ ਹੋਇਆ। ਸੋ ਇਹ ਮਲਕ ਜਾਤੀ ਉਹ ਹੈ ਖਾਲਸਾ ਜੀ ਜਿਹਨੇ ਕਰਤਾਰਪੁਰ ਸਾਹਿਬ ਦੀ ਜੰਗ ਦੇ ਅੰਦਰ ਪੈਂਦੇ ਖਾਂ ਪਠਾਨ ਦਾ ਜਿਹੜਾ ਜਵਾਈ ਸੀ ਉਹਦਾ ਸਿਰ ਵੱਢਿਆ ਸੀਗਾ ਮਲਕ ਜਾਤੀ ਜੀ ਨੇ, ਜਿਹੜਾ ਮਹਾਰਾਜ ਤੇ 90,000 92,000 ਫੌਜ ਚੜਾ ਕੇ ਲਿਆਇਆ। ਪੈਂਦੇ ਖਾਂ ਨਮਕ ਹਰਾਮੀ ਹੋ ਕੇ ਉਹਦੇ ਜਵਾਈ ਦਾ ਸਿਰ ਜਿਹੜਾ ਸਾਰੇ ਪਵਾੜੇ ਦੀ ਵੱਢ ਸੀ, ਜਿਹੜਾ ਜੜ ਸੀ ਉਹਦਾ ਸਿਰ ਵੱਢਿਆ ਸੀਗਾ ਇਹ ਭਾਈ ਮਲਕ ਜਾਤੀ ਨੇ। ਉਹਦਾ ਪੁੱਤਰ ਹੈ ਭਾਈ ਦਇਆ ਰਾਮ ਜੀ। ਇਹ ਵੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ ਹੈ। ਜਦ ਰਾਮ ਕੋਇਰ ਗੁਣ ਧਾਮੂ। ਫਿਰ ਗੁਣਾਂ ਦਾ ਘਰ ਬਾਬਾ ਰਾਮ ਕੋਇਰ ਜੀ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਅਗਲੀ ਅੰਸ਼ ਬੰਸ ਵਿੱਚੋਂ ਹੈ। ਅਬੇ ਬੰਧਨ ਕਰ ਕਰ ਸਾਰੇ। ਜਿਨ੍ਹਾਂ ਗੁਰੂ ਕਲਗੀਧਰ ਸਾਹਿਬ ਦੇ ਸੀਸ ਤੇ ਟਿੱਕਾ ਲਾਇਆ ਸੀ, ਤਿਲਕ ਲਾਇਆ ਸੀ ਗੁਰਤਾ ਗੱਦੀ ਦਾ, 2 ਸਾਲ ਦੀ ਉਮਰ ਸੀ ਉਦੋਂ ਬਾਬਾ ਰਾਮ ਕੋਇਰ ਜੀ ਦੀ। ਸੋ ਇਹ ਵੀ ਸੂਰਮੇ ਬਾਬਾ ਰਾਮ ਕੋਇਰ ਜੀ ਵੀ ਬੜੇ ਸਿਆਣੇ ਸੂਝਵਾਨ ਪਹੁੰਚੇ ਤੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਟਿਕ ਬੈਠੇ ਪ੍ਰਭੂ ਨਿਹਾਰੇ। ਸਤਿਗੁਰੂ ਕਲਗੀਧਰ ਸਾਹਿਬ ਜੀ ਲਾਗੇ ਬੈਠੇ ਸਾਰੇ ਸਿੱਖਾਂ ਨੇ ਦਰਸ਼ਨ ਕੀਤੇ ਹੈ। ਪੁਨ ਬ੍ਰਿੰਦ ਮਸੰਦ ਬਿਲੰਦੇ। ਫਿਰ ਜਿਹੜੇ ਮਸੰਦ ਸਿੱਖ ਆ ਗੁਰੂ ਘਰ ਦੇ ਮੁੱਖ ਸੇਵਾਦਾਰ ਹੁੰਦੇ ਆ, ਉਹ ਪ੍ਰਬੰਧਕ ਸਿੱਖ ਉਹ ਸਾਰੇ ਆ ਮਹਾਰਾਜ ਦੀ ਸਭਾ ਵਿੱਚ ਸਜ ਗਏ ਹਨ। ਪਦ ਬੰਦਤ ਬੈਠ ਆਨੰਦੇ। ਜਿਹੜਾ ਆਉਂਦਾ ਹੈ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦਾ ਜਾਂਦਾ ਹੈ, ਮੱਥੇ ਟੇਕ ਟੇਕ ਕੇ ਦੀਵਾਨ ਵਿੱਚ ਬੈਠ ਰਹੇ ਹਨ। ਵੱਡ ਸਭਾ ਲੱਗੀ ਦਰਸਾਏ। ਇਦਾਂ ਦੂਰੋਂ ਹੀ ਗੁਰੂ ਕਲਗੀਧਰ ਸਾਹਿਬ ਜੀ ਸਜੇ ਹੋਏ ਸੂਰਮੇ ਸਭਾ ਵਿੱਚ ਬੈਠੇ ਸੋਭਾ ਪੈ ਰਹੀ, ਬੜੀ ਸੁੰਦਰ ਦਰਸ਼ਨ ਦੀਦਾਰ ਪੈ ਰਹੇ ਹਨ। ਜੇ ਬਨਕ ਅਨੇਕ ਪੁਰ ਆਏ। ਸਾਧ ਸੰਗਤ ਜੀ ਜਿਹੜੇ ਬਾਣੀਏ ਸੀ ਨਾ ਗੁਰੂ ਕੇ ਲਾਹੌਰ, ਜਿਨ੍ਹਾਂ ਨੂੰ ਗੁਰੂ ਕਲਗੀਧਰ ਸਾਹਿਬ ਨੇ ਹੁਕਮ ਕਰਕੇ ਵਸਾਇਆ ਸੀ ਇੱਥੇ ਵੀ ਤੁਸੀਂ ਇੱਥੇ ਦੁਕਾਨਾਂ ਹੱਟਾਂ ਕਰ ਲਓ, ਉਹ ਬਾਣੀਏ ਕੁਝ ਸਰਹੰਦ ਦੇ ਸਨਗੇ, ਕੁਝ ਹੁਸ਼ਿਆਰਪੁਰ ਦੇ, ਕੁਝ ਰੋਪੜ ਦੇ, ਕੁਝ ਲਾਹੌਰ ਦੇ। ਇਹਨਾਂ 4 ਸ਼ਹਿਰਾਂ ਦੇ ਜ਼ਿਆਦੇ ਲਾਲੇ ਸਨ ਬਾਣੀਏ, ਜਿਨ੍ਹਾਂ ਨੇ ਗੁਰੂ ਕੇ ਲਾਹੌਰ ਆ ਕੇ ਹੱਟਾਂ ਪਾਈਆਂ ਸੀ। ਜਦੋਂ ਮਹਾਰਾਜ ਦਾ ਦੀਵਾਨ ਸਜ ਗਿਆ, ਇਹ ਸਾਰੇ ਬਾਣੀਏ ਇਕੱਠੇ ਹੋ ਕੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਪਾਸ ਹੱਥ ਜੋੜ ਕੇ ਪਹੁੰਚੇ ਐ। ਕਰ ਜੋਰ ਅਕੋਰ ਤਰੰਤੇ। ਇਹਨਾਂ ਨੇ ਲਿਆ ਕੇ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ 'ਚ ਦਰਸ਼ਨਾਂ ਦੀ ਭੇਟਾ ਰੱਖੀ ਤੇ ਹੱਥ ਜੋੜ ਕੇ ਸਤਿਗੁਰੂ ਦੇਵ ਦਾ ਦਰਸ਼ਨ ਕੀਤਾ ਹੈ। ਗੁਰ ਕਦਮ ਪਦਮ ਪਦ ਸੰਤੇ। ਇਹ ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਚਰਨ ਕਮਲਾਂ ਨੂੰ ਪਰਸ ਰਹੇ ਐ, ਨਮਸਕਾਰ ਕਰ ਰਹੇ ਹਨ। ਕਹਾਂ ਬਿਨਤੀ ਦੀਨ ਬਿਸਾਲਾ। ਸੋ ਖਾਲਸਾ ਦੀ ਮੱਥਾ ਟੇਕਿਆ, ਸਾਰੇ ਬਾਣੀਆਂ ਨੇ ਹੱਥ ਜੋੜੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤਾ ਕੀਤਾ ਹੈ। ਹਮ ਸਭ ਕੋ ਕੀਨ ਨਿਹਾਲਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਸਾਂ ਬਹੁਤ ਤਰਸ ਕੀਤਾ, ਸਾਨੂੰ ਸਾਰਿਆਂ ਨੂੰ ਨਦਰੋਂ ਨਦਰ ਨਿਹਾਲ ਕਰ ਦਿੱਤਾ। ਰੁਲਦੇ ਫਿਰਦੇ ਸਾਂ, ਮਹਾਰਾਜ ਆਤ ਦੀ ਗਰੀਬੀ ਸੀ, ਆਪ ਜੀ ਨੇ ਕੋਲੋਂ ਮਾਇਆ ਖਰਚ ਕੇ ਗੁਰੂ ਕੇ ਖਜ਼ਾਨੇ 'ਚੋਂ ਸਾਨੂੰ ਹੱਟਾਂ ਪਾ ਕੇ ਦਿੱਤੀਆਂ। ਮਹਾਰਾਜ ਤੁਹਾਡੇ ਆਨੰਦ ਕਾਰਜਾਂ ਵਿੱਚ ਖੁੱਲੀ ਮਾਇਆ ਵੱਟੀ, ਅਸੀਂ ਇੰਨਾ ਜੋੜ ਮੇਲਾ ਤੇ ਸਾਡੇ ਜਿਹੜੇ ਮਾਲ ਜੋ ਅਸੀਂ ਸਮੱਗਰੀ ਲਿਆ ਕੇ ਹੱਟਾਂ 'ਚ ਪਾਈ ਉਹ ਵੇਚੀ ਵੱਟੀ, ਸਾਨੂੰ ਬੜਾ ਲਾਭ ਹੋਇਆ। ਸਤਿਗੁਰੂ ਸਾਡੇ ਪਰਿਵਾਰਾਂ ਦਾ ਖਿਆਲ ਰੋਜੀ ਰੋਟੀ ਤੇ ਪਾਇਆ, ਸਾਨੂੰ ਨਦਰੋਂ ਨਦਰ ਨਿਹਾਲ ਕਰ ਦਿੱਤਾ ਹੈ। ਜਨ ਆਪਣੇ ਜਾਨ ਹਕਾਰੇ। ਸਾਨੂੰ ਹੋਰ ਬਾਣੀਏ ਤਾਂ ਹੋਰ ਵੀ ਬਹੁਤ ਹੈ ਪਾਤਸ਼ਾਹ ਜੀ, ਸਾਨੂੰ ਆਪਦੇ ਸੇਵਕ ਜਾਣ ਕੇ ਤੁਸਾਂ ਸਾਨੂੰ ਆਪਣੇ ਜਾਣ ਕੇ ਇੱਥੇ ਥਾਂ ਦਿੱਤਾ ਹੈ, ਆਪਣੇ ਜਾਣ ਕੇ ਸੱਦਿਆ ਹੈ ਜੀ। ਗਨ ਵਿਘਨ ਅਘਨ ਕੋ ਟਾਰੇ। ਮਹਾਰਾਜ ਤੁਸੀਂ ਤਾਂ ਵਿਘਨਾਂ ਨੂੰ, ਅਗਨ ਕਹੀਏ ਪਾਪਾਂ ਨੂੰ ਟਾਲਣ ਵਾਲੇ ਹੋ। ਤੁਹਾਡੇ ਦਰਸ਼ਨ ਕਰ ਲਈਏ ਕੋਈ ਵਿਘਨ ਨਹੀਂ ਰਹਿੰਦਾ ਪਾਤਸ਼ਾਹ ਜੀ, ਤੁਹਾਡੇ ਦਰਸ਼ਨ ਕਰੀਏ ਤੇ ਪਿਛਲੇ ਕੀਤੇ ਕਰਾਤੇ ਪਾਪ ਜਿਹੜੇ ਉਹ ਸਾਰੇ ਨਾਸ਼ ਹੋ ਜਾਂਦੇ ਆ। ਕਰ ਕਮਲ ਉਤੰਗ ਉਠਾਇਓ। ਇਦਾਂ ਖਾਲਸਾ ਜੀ ਬਾਣੀਏ ਹੱਥ ਜੋੜ ਗੁਰੂ ਦੇਵ ਨੂੰ ਬੇਨਤੀਆਂ ਕਰਦੇ ਆ ਤੇ ਮਹਾਰਾਜ ਨੇ ਇਹਨਾਂ ਦੀ ਸ਼ਰਧਾ ਭਾਵਨਾ ਵੇਖ ਕੇ ਤੇ ਆਪਣਾ ਸੱਜਾ ਹੱਥ ਉੱਪਰ ਚੁੱਕਿਆ ਹੈ। ਨਿਜ ਸੰਗਤ ਕੋ ਹਰ ਖਾਇਓ। ਤੇ ਇਹਨਾਂ ਬਾਣੀਆਂ ਜਿੰਨੀ ਸੰਗਤ ਆਈ ਸਭ ਨੂੰ ਮਾਰਨੇ ਪ੍ਰਸੰਨਤਾ ਦਿੱਤੀ, ਉੱਪਰ ਹੱਥ ਚੁੱਕ ਕੇ ਸਤਿਗੁਰੂ ਮਹਾਰਾਜ ਜੀ ਨੇ ਬੜਾ ਖੁਸ਼ਾ ਬਖਸ਼ਿਆ ਹੈ ਵੀ ਅਸੀਂ ਖੁਸ਼ ਹਾਂ ਤੁਹਾਡਾ ਬੇਨਤਾ ਸੁਣ ਕੇ। ਮਾਰਨੇ ਹੱਥ ਉੱਪਰ ਚੁੱਕ ਕੇ ਇਹਨਾਂ ਨੂੰ ਬੜਾ ਆਨੰਦ ਬਖਸ਼ਿਆ ਹੈ। ਸਨਮਾਨ ਮਹਾਨ ਬਖਾਨਾ। ਸਤਿਗੁਰਾ ਬੜਾ ਮਾਣ ਸਤਿਕਾਰ, ਬੜਾ ਆਦਰ ਦਿੱਤਾ, ਆਸ਼ੀਰਵਾਦ ਦਿੱਤਾ ਹੈ ਜੀ। ਬੈਠਾਰੀ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਸਾਰੇ ਬਾਣੀਆਂ ਨੂੰ ਸੋਹਣਾ ਥਾਂ ਵੇਖ ਕੇ ਆਪਣੇ ਲਾਗੇ ਕਰਕੇ ਬਿਠਾ ਲਿਆ ਹੈ। ਪੁਨ ਸਭ ਹਿਨ ਮਿਲ ਕਰ ਭਾਖਾ। ਫਿਰ ਏਦਾਂ ਬੈਠੇ ਰਹੇ, ਸਤਿਗੁਰਾਂ ਦਾ ਦਰਸ਼ਨ ਕੀਤਾ ਰਜ ਰਜ ਕੇ। ਇਹਨਾਂ ਬਾਣੀਆਂ ਨੇ ਸਲਾਹ ਕਰਕੇ ਆਏ ਸੀ ਪਹਿਲਾਂ ਹੀ
ਤੇ ਗੁਰੂ ਕਲਗੀਧਰ ਸਾਹਿਬ ਨੂੰ ਕੀਤੀ ਹੋਈ ਸਲਾਹ ਬਾਬਤ ਬੇਨਤੀ ਕੀਤੀ, ਹੱਥ ਜੋੜ ਕੇ ਬੋਲੇ ਐ, ਗੁਰ ਪੂਰਨ ਕਰਹੁ ਭਿਲਾਖਾ। ਹੇ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡੀ ਸਾਰੇ ਬਾਣੀਆਂ ਦੀ ਇੱਕ ਅਰਦਾਸ ਹੈ ਮਹਾਰਾਜ, ਸਾਡੀ ਇੱਕ ਇੱਛਾ ਭਾਵਨਾ ਹੈ, ਕਿਰਪਾ ਕਰਕੇ ਸਾਡੀ ਭਾਵਨਾ ਪੂਰੀ ਕਰੋ ਜੀ। ਹਮ ਆਪਣੇ ਆਪਣੇ ਪੁਰ ਕੇ। ਪਾਤਸ਼ਾਹ ਜੀ, ਅਸੀਂ ਵੇਖੋ ਕੋਈ ਕਿਤੋਂ ਦਾ, ਕੋਈ ਕਿਤੋਂ ਦਾ, ਕੋਈ ਲਾਹੌਰ ਦਾ, ਕੋਈ ਸਰਹੰਦ ਦਾ, ਕੋਈ ਮਹਾਰਾਜ ਇਦਾਂ ਹੁਸ਼ਿਆਰਪੁਰ ਦਾ, ਕੋਈ ਰੋਪੜ ਤੋਂ ਆਇਆ। ਅਸੀਂ ਥਾਵਾਂ ਪੁਰ ਥਾਵਾਂ ਆਪੋ ਆਪਣੇ ਸ਼ਹਿਰਾਂ ਵਿੱਚ ਹੱਟਾਂ ਪਾ ਕੇ ਵਪਾਰ ਕਰਨ ਵਾਲੇ ਲੋਕ ਸਾਂ। ਧਨ ਇਕੱਠੋ ਕਰ ਹਿਤ ਗੁਰ ਕੇ। ਤੇ ਮਹਾਰਾਜ ਅਸੀਂ ਨਾ ਹੁਣ ਤੱਕ ਜਿੰਨੀ ਕਮਾਈ ਕੀਤੀ ਹੈ, ਅਸੀਂ ਤੁਹਾਡੇ ਘਰ ਵਾਸਤੇ ਮਹਾਰਾਜ ਦਸਵੰਧ ਕੱਢੇ ਹੈ, ਗੁਰੂ ਘਰ ਵਾਸਤੇ, ਆਪ ਜੀ ਦੀ ਸੇਵਾ ਵਾਸਤੇ ਅਸੀਂ ਸਾਰੇ ਲਾਲਿਆਂ ਬਾਣੀਆਂ ਰਲ ਕੇ ਮਾਇਆ ਇਕੱਠੀ ਕੀਤੀ ਹੈ। ਸਭ ਦਈ ਚਾਹ ਪਹੁਨਾਈ। ਮਹਾਰਾਜ ਉਹ ਮਾਇਆ ਨਾਲ ਤੁਹਾਡੀ ਪ੍ਰਾਹੁਣਚਾਰੀ ਕਰੀ ਚਾਹੁੰਦੇ ਆ ਅਸੀਂ ਮਹਾਰਾਜ, ਤੁਹਾਡੀ ਤੇ ਜਿੰਨੀ ਬਰਾਤ ਤੁਹਾਡੇ ਨਾਲ ਆਈ ਹੈ ਮਹਾਰਾਜ, ਅਸੀਂ ਸਾਰੇ ਬਾਣੀਏ ਉਹ ਮਾਇਆ ਜਿਹੜੀ ਦਸਵੰਧ ਕੱਢਿਆ ਉਹਦੇ ਨਾਲ ਸਾਰੀ ਬਰਾਤ ਦੀ ਲੰਗਰ ਪ੍ਰਸ਼ਾਦਾ ਛਕਾ ਕੇ ਸੇਵਾ ਕਰੀ ਚਾਹੁੰਦੇ ਹਾਂ। ਜੋ ਸਭ ਬਰਾਤ ਸਮੁਦਾਈ। ਤੁਸੀਂ ਵੀ ਮਹਾਰਾਜ ਕਿਰਪਾ ਕਰੋ, ਸਾਨੂੰ ਆਗਿਆ ਬਖਸ਼ੋ। ਤੇ ਪਾਤਸ਼ਾਹ ਆਪ ਜੀ ਦੀ ਸੇਵਾ ਵੀ ਕਰਨੀ ਚਾਹੁੰਦੇ ਆ, ਜਿਹੜੀ ਤੁਹਾਡੇ ਨਾਲ ਬਰਾਤ ਆਈ ਨਾ ਜਿੰਨੀ ਸੰਗਤ, ਉਹਦੀ ਮਹਾਰਾਜ ਅਸੀਂ ਸਾਰੇ ਲਾਲੇ ਬਾਣੀਏ ਇੱਕ ਇੱਕ ਦਿਨ ਦੀ ਸੇਵਾ ਸਾਨੂੰ ਦੇ ਦਿਓ ਪਾਤਸ਼ਾਹ ਜੀ, ਅਸੀਂ ਇੱਕ ਇੱਕ ਦਿਨ ਤੁਹਾਡੀ ਸੇਵਾ ਕਰਨੀ ਚਾਹੁੰਦੇ ਹਾਂ। ਦਿਨ ਇੱਕ ਇੱਕ ਦੇ ਆਹਾਰਾ। ਸਾਨੂੰ ਇੱਕ ਦਿਨ ਦਾ ਪ੍ਰਸ਼ਾਦਾ ਇੱਕ ਵੱਲ ਸਵੇਰ ਸ਼ਾਮ ਦਾ ਗੱਫਾ ਪ੍ਰਸ਼ਾਦਾ, ਸਾਰਾ ਦਿਨ ਜਿੰਨਾ ਬਰਾਤ ਛਕ ਜਾਵੇ ਉਹ ਸਾਰਾ ਮਹਾਰਾਜ ਰਸਤਾ ਬਸਤਾਂ ਦੀ ਸੇਵਾ ਆਪ ਜੀ ਸਾਨੂੰ ਬਖਸ਼ ਦਿਓ ਜੀ। ਚਿਤ ਇਹੀ ਮਨੋਰਥ ਧਾਰਾ। ਅਸੀਂ ਇਹੀ ਭਾਵਨਾ ਕਲਪਨਾ ਕਰਕੇ ਫੁਰਨਾ ਰੱਖ ਕੇ ਤੁਹਾਡੇ ਕੋਲ ਆਏ ਹਾਂ। ਬਿਨਤੀ ਜਤ ਪ੍ਰੇਮ ਬਖਾਨੀ। ਸੰਗਤ ਜੀ, ਜਦੋਂ ਇਹਨਾਂ ਲਾਲਿਆਂ ਬੇਨਤੀ ਕੀਤੀ ਨਾ ਬਾਣੀਆਂ ਨੇ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਅੱਗੇ ਜੀ, ਸੁਨ ਕਲਗੀ ਧਰ ਮਨ ਮਾਨੀ। ਤੇ ਕਲਗੀਆਂ ਵਾਲੇ ਸਤਿਗੁਰਾਂ ਮਹਾਰਾਜ ਪ੍ਰਸੰਨਤਾ ਧਾਰ ਮਹਾਰਾਜ ਹੱਸੇ ਹੈ, ਸਤਿਗੁਰੂ ਜੀ ਮੰਨ ਗਏ ਹਨ। ਇੱਕ ਇੱਕ ਦਿਨ ਦੀ ਸੇਵਾ ਮਹਾਰਾਜ ਨੇ ਇਹਨਾਂ ਨੂੰ ਦੇ ਦਿੱਤੀ ਹੈ। ਸੀਰੰਦੀ ਸੰਗਤ ਜੋਈ। ਪਹਿਲਾਂ ਜਿਹੜੇ ਸਰਹੰਦ ਦੇ ਬਾਣੀਏ ਸਨ ਨਾ ਸਾਰੇ, ਪਹਿਲਾਂ ਵਾਰੀ ਆਈ ਜਿਹੜੇ ਸਰਹੰਦ ਦੇ ਜਿੰਨੇ ਬਾਣੀਏ ਉਸ ਸੰਗਤ ਨੂੰ ਸੇਵਾ ਮਿਲੀ ਹੈ। ਦਿਨ ਪ੍ਰਥਮ ਕਰਤ ਵੀ ਸੋਈ। ਮਹਾਰਾਜ ਕਹਿੰਦੇ ਪਹਿਲੇ ਦਿਨ ਦੀ ਸਰਹੰਦੀਆਂ ਨੂੰ, ਦੂਜੇ ਦਿਨ ਦੀ ਰੋਪੜੀਆਂ ਨੂੰ, ਤੀਜੇ ਦਿਨ ਦੀ ਹੁਸ਼ਿਆਰਪੁਰੀਆਂ ਨੂੰ ਤੇ ਚੌਥੇ ਦਿਨ ਦੀ ਲਾਹੌਰੀਆਂ ਨੂੰ ਸੇਵਾ। ਤਾਂ ਮਹਾਰਾਜ ਨੇ ਇਹਨਾਂ ਨੂੰ ਸੇਵਾ ਦੇ ਦਿੱਤੀ। ਇਸ ਤਰ੍ਹਾਂ ਖਾਲਸਾ ਜੀ ਪਹਿਲੇ ਦਿਨ ਦੀ ਸੇਵਾ ਕੀਤੀ ਹੈ। ਸਰਹੰਦ ਤੋਂ ਜਿੰਨੀ ਸੰਗਤ ਬਾਣੀ ਆਏ ਉਹਨਾਂ ਗੁਰੂ ਕੀ ਸੰਗਤ ਦੀ ਤੇ ਗੁਰੂ ਕਲਗੀਧਰ ਸਾਹਿਬ ਨਾਲ ਜਿੰਨੀ ਬਰਾਤ ਆਈ ਉਹ ਸਾਰੀ ਨੂੰ ਗੱਫਾ ਪ੍ਰਸ਼ਾਦਾ ਖੁੱਲਾ ਰਾਸ਼ਨ ਪਾਣੀ ਮਠਿਆਈਆਂ ਖਵਾਈਆਂ ਹਨ। ਪੁਨ ਕੀਨਸ ਰੋਪਰ ਕੇਰੀ। ਫਿਰ ਵਾਰੀ ਦੂਜੀ ਆਈ ਆ ਰੋਪੜ ਵਾਲੇ ਜਿੰਨੇ ਬਾਣੀਏ ਤੇ ਹੋਰ ਸੰਗਤਾਂ ਸਨ। ਹੁਸ਼ਿਆਰਪੁਰੇ ਬਹੁ ਤੇਰੀ। ਉਸ ਤੋਂ ਬਾਅਦ ਹੁਸ਼ਿਆਰਪੁਰੀਆਂ ਦੀ ਸੇਵਾ ਹੁਸ਼ਿਆਰਪੁਰੀਆਂ ਨੇ ਲੁੱਟੀ ਹੈ। ਬਹੁ ਦਿਨ ਗੁਰ ਕੀਨ ਮੁਕਾਂਬੂ। ਫਿਰ ਲਾਹੌਰ ਵਾਲਿਆਂ ਨੇ ਏਦਾਂ ਖਾਲਸਾ ਜੀ ਕਾਫੀ ਦਿਨ ਗੁਰੂ ਕਲਗੀਧਰ ਸਾਹਿਬ ਨੂੰ ਗੁਰੂ ਕੇ ਲਾਹੌਰ ਲੱਗ ਗਏ ਸੀਗੇ ਮਹਾਰਾਜ, ਕਿਉਂਕਿ ਫਿਰ ਜਿਵੇਂ ਜਿਵੇਂ ਪ੍ਰਸ਼ਾਦਾ ਪਾਣੀ ਦੀ ਕੋਈ ਅਰਦਾਸ ਮਹਾਰਾਜ ਸਾਨੂੰ ਸੇਵਾ ਜ਼ਰੂਰ ਬਖਸ਼ੋ। ਤਾਂ ਪਾਤਸ਼ਾਹ ਜੀ ਬਰਾਤ ਸਮੇਤ ਕਈ ਦਿਨ ਹੀ ਸੱਚੇ ਪਾਤਸ਼ਾਹ ਜੀ ਗੁਰੂ ਕੇ ਲਾਹੌਰ ਟਿਕੇ ਰਹੇ ਐ। ਬ੍ਰਿਧ ਉਤਸਵ ਭਾ ਅਭਿਰੰਭੂ। ਏਦਾਂ ਖਾਲਸਾ ਜੀ ਵੀ ਮਹਾਰਾਜ ਦੀ ਬਰਾਤ ਗਈ ਤੇ ਮੋੜ ਆਉਣੀ ਸੀ, ਪਰ ਜਦੋਂ ਸੰਗਤ ਨੇ ਬੇਨਤੀ ਕੀਤੀ ਤੇ ਲਾਹੌਰ ਗੁਰੂ ਕੇ ਕਾਫੀ ਲੰਮੇ ਦਿਨ ਹੀ ਫਿਰ ਸਮਾਗਮ ਚੱਲਦੇ ਰਹੇ। ਕਾਫੀ ਲੰਮੇ ਦਿਨ ਇਦਾਂ ਜੋੜ ਮੇਲੇ ਫੱਬੇ ਰਹੇ, ਪ੍ਰਸ਼ਾਦਾ ਪਾਣੀ ਲੰਗਰ ਮਠਿਆਈਆਂ ਖੁੱਲੇ ਵਰਤਾਰੇ ਵਰਤਦੇ ਰਹੇ ਆ। ਜਿਮ ਸੱਜੀ ਬਰਾਤ ਸੁਹਾਈ। ਏਦਾਂ ਖਾਲਸਾ ਜੀ ਮਹਾਰਾਜ ਦੀ ਬਰਾਤ ਸੋਭਾ ਸਹਿਤ ਕਈ ਦਿਨ ਇੱਥੇ ਸਜੀ ਰਹੀ ਤੇ ਗੁਰੂ ਕੇ ਲਾਹੌਰ ਸੰਗਤਾਂ ਇਹਨਾਂ ਦੀ ਸੇਵਾ ਕੀਤੀ ਵਾਰੀ ਵਾਰ। ਤਿਮ ਰਹੀ ਤਹਾਂ ਸਮੁਦਾਈ। ਏਦਾਂ ਜਿਵੇਂ ਗੁਰੂ ਕਲਗੀਧਰ ਸਾਹਿਬ ਦੀ ਤੇ ਸਜੇ ਸਜਾਏ ਬਰਾਤ ਸਮੇਤ ਮਹਾਰਾਜ ਤੇ ਸਤਿਗੁਰਾਂ ਦੀਆਂ ਸਿੱਖ ਸੰਗਤਾਂ ਕਾਫੀ ਦਿਨ ਗੁਰੂ ਕੇ ਲਾਹੌਰ ਰਹੀਆਂ ਹਨ। ਨਿਤ ਸੁੰਦਰ ਵਿਵਿਧ ਆਹਾਰਾ। ਰੋਜ਼ ਹੀ ਖਾਲਸਾ ਜੀ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦਾ ਪਾਣੀ ਬਣਦਾ, ਬੇਅੰਤ ਤਰ੍ਹਾਂ ਦੀਆਂ ਮਠਿਆਈਆਂ, ਬਹੁਤ ਤਰ੍ਹਾਂ ਦਾ ਭੋਜਨ ਪਕਵਾਨ ਸੰਗਤਾਂ ਤਿਆਰ ਕਰ ਕਰਕੇ ਤੇ ਮਹਾਰਾਜ ਤੇ ਸਤਿਗੁਰਾਂ ਦੀ ਬਰਾਤ ਦੀ ਸੇਵਾ ਕਰਦੇ ਐ। ਦੇ ਸੰਗਤ ਸਵਾਦ ਉਦਾਰਾ। ਸੰਗਤਾਂ ਨੂੰ ਬੜੇ ਢੰਗ ਨਾਲ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ, ਪੰਗਤਾਂ ਲਾ ਲਾ ਕੇ ਤੇ ਬੜਾ ਭਾਰੀ ਸਵਾਦ, ਬੜਾ ਭਾਰੀ ਆਨੰਦ ਵਰਤਾਇਆ ਜਾਂਦਾ ਹੈ। ਗਨ ਕੌਤਕ ਕਰਨੇ ਹਾਰੇ। ਤੇ ਜਿਹੜੇ ਕੌਤਕ ਕਰਨ ਵਾਲੇ ਹੁੰਦੇ ਆ, ਜਿਵੇਂ ਕੋਈ ਆ ਜਾਂਦੇ ਆ, ਭੰਡ ਆ ਗਏ, ਹੋਰ ਜਿਵੇਂ ਕੋਈ ਨਾ ਕੋਈ ਮੰਗਣ ਵਾਸਤੇ ਆ ਗਿਆ, ਕੋਈ ਬਾਜੀ ਜੀ ਪਾਉਣ ਵਾਲਾ ਆ ਗਿਆ, ਰਾਜਿਆਂ ਦੇ ਮਹਾਰਾਜਿਆਂ ਦੇ ਦੀਵਾਨਾਂ ਵਿੱਚ ਆਉਂਦੇ ਸਨ। ਗੁਰੂ ਕਲਗੀਧਰ ਸਾਹਿਬ ਜੀ ਪਾਤਸ਼ਾਹ ਦੇ ਪਾਤਸ਼ਾਹ ਹੈ ਤੇ ਉਹ ਇੱਛਾ ਦੀ ਰੱਖ ਕੇ ਵੀ ਚਲੋ ਮਹਾਰਾਜ ਨੂੰ ਕੁਝ
ਉਹ ਕੋਈ ਵਾਰ ਸੁਣਾ ਦਿਆਂਗੇ, ਕੋਈ ਚੰਗਾ ਕੋਈ ਪ੍ਰਸੰਗ ਸੁਣਾ ਦਿਆਂਗੇ, ਕੋਈ ਮਾਇਆ ਮਿਲ ਜਾਊਗੀ। ਇਦਾਂ ਬੜੇ ਤਰ੍ਹਾਂ ਦੇ ਕੌਤਕ ਕਰਨ ਵਾਲੇ ਸਤਿਗੁਰਾਂ ਦੇ ਪਾਸ ਪਹੁੰਚਦੇ ਰਹਿੰਦੇ ਆ। ਬਹੁ ਕਰਹਿ ਬਰਾਤ ਨਿਹਾਰੇ। ਇਦਾਂ ਖਾਲਸਾ ਜੀ ਬਰਾਤ ਵਹਿੰਦੀ ਸਾਰੀ ਫਿਰ ਕੋਈ ਨਾ ਕੋਈ ਆ ਜਾਂਦਾ ਤਮਾਸ਼ਾ ਵਿਖਾਉਣ ਵਾਲਾ, ਕੋਈ ਮਦਾਰੀ ਆ ਜਾਂਦਾ, ਇਦਾਂ ਬੜ ਕੋਈ ਨਾ ਕੋਈ ਤੁਰਿਆ ਆਉਂਦਾ ਹੈ ਤੇ ਗੁਰੂ ਕਲਗੀਧਰ ਮਹਾਰਾਜ ਤੋਂ ਮਾਇਆ ਦੀ ਇੱਛਾ ਰੱਖਦਾ ਹੈ। ਧਨ ਪ੍ਰਾਪਤ ਹੋਇਆ ਸਮੁਦਾਇਆ। ਸੱਚੇ ਪਾਤਸ਼ਾਹ ਜੀ ਖੁੱਲੀ ਮਾਇਆ ਦਿੰਦੇ ਆ। ਜੇ ਕੋਈ ਆ ਜਾਂਦਾ, ਕੋਈ ਪ੍ਰਸੰਗ ਸੁਣਾ ਦਿੰਦਾ, ਕੋਈ ਇਦਾਂ ਖਾਲਸਾ ਜੀ ਉਹ ਤਮਾਸ਼ਾ ਜਿਹਾ ਵਿਖਾ ਦਿੰਦਾ, ਕੋਈ ਕਰ ਦਿੰਦਾ ਨਾ, ਕੋਈ ਲਈ ਫਿਰਦਾ ਮੂਰਤੀਆਂ ਦੀਆਂ ਬਣਾਵਟਾਂ ਦੀਆਂ ਉਹ ਨਚਾ ਦਿੰਦਾ। ਇਦਾਂ ਮਹਾਰਾਜ ਦੇ ਪਾਸੋਂ ਖੁੱਲੀ ਡੁੱਲੀ ਮਾਇਆ ਪ੍ਰਾਪਤ ਕਰਦਾ ਹੈ। ਨਟ ਬਾਜੀ ਘਰ ਕੀ ਮਾਇਆ। ਜਿਹੜੇ ਉਹ ਨਟ ਜੇ ਹੁੰਦੇ ਆ ਬਾਜੀ ਪਾਉਣ ਵਾਲੇ, ਇਦਾਂ ਖਾਲਸਾ ਜੀ ਗੁਰੂ ਕਲਗੀਧਰ ਸਾਹਿਬ ਨੇ ਮਾਨੂੰ ਬਾਜੀਗਰ ਨੇ ਬਾਜੀ ਪਾਈ ਹੁੰਦੀ ਹੈ। ਉਹ ਜਿੱਥੇ ਜਾਂਦਾ ਉੱਥੇ ਹੀ ਬਾਜੀ ਖੋਲ ਕੇ ਤੇ ਆਪਦਾ ਉਹੋ ਜਿਹੇ ਮਾਹੌਲ ਬਣਾ ਦਿੰਦਾ ਬਾਜੀਗਰ। ਕਹਿੰਦੇ ਗੁਰੂ ਕਲਗੀਧਰ ਸਾਹਿਬ ਜੀ ਇਹੋ ਜਿਹੇ ਕੌਤਕੀ ਹੈ ਪਾਤਸ਼ਾਹ ਵੀ ਗੁਰੂ ਕੇ ਲਾਹੌਰ ਤਾਂ ਕੁਝ ਵੀ ਨਹੀਂ ਸੀ ਪਹਿਲਾਂ, ਕੱਲ ਤੱਕ ਤਾਂ ਪਿੰਡ ਵੀ ਹੈ ਨਹੀਂ ਸੀ, ਇਹ ਰੜਾ ਮੈਦਾਨ ਸੀਗਾ। ਮਹਾਰਾਜ ਆਪਦੀ ਆਈ ਤੇ ਆਏ ਤੇ 1 ਮਹੀਨੇ 'ਚ ਪਿੰਡ ਵਸਾ ਕੇ ਤੇ ਉਥੇ ਖਾਲਸਾ ਜੀ ਆਨੰਦ ਕਾਰਜ ਰੱਖ ਕੇ ਤੇ ਬਾਣੀਏ ਲਿਆ ਕੇ ਤੇ ਸ਼ਹਿਰ ਬਣਾ ਦਿੱਤਾ। ਤੇ ਉੱਥੇ ਸ਼ਹਿਰ ਬਣਾ ਕਰਕੇ ਫਿਰ ਉੱਥੇ ਬਰਾਤ ਲੈ ਕੇ ਵੀ ਗਏ ਤੇ ਫਿਰ ਉੱਥੇ ਬਾਣੀਆਂ ਨੇ ਪ੍ਰਸ਼ਾਦਾ ਕੀਤਾ। ਵੇਖੋ ਮਹੀਨਿਆਂ ਬੱਧੀ ਉੱਥੇ ਲੰਗਰ ਚੱਲਣ ਲੱਗ ਪਏ ਆ। ਤੋ ਇਹ ਸਾਧ ਸੰਗਤ ਦੀ ਵਡਿਆਈ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਤੋ ਇਹ ਮਨੁੱਖ ਦੇ ਬੰਦੇ ਦੇ ਮਨ 'ਚ ਭੁਲੇਖਾ ਹੁੰਦਾ ਹੈ ਵੀ ਮਹਾਰਾਜ ਪਾਤਸ਼ਾਹ ਜੀ ਵੀ ਖਰੇ ਗੁਰੂ ਕੇ ਦਰਬਾਰ ਸਾਡੇ ਗੋਚਰੇ ਹੀ ਹੈ, ਵੀ ਮਹਾਰਾਜ ਦੀ ਸੇਵਾ ਸਾਡੀ ਮਥਾਜ ਹੈ, ਪਾਤਸ਼ਾਹ ਦਾ ਕਰਕੀ ਦਾ ਮਥਾਜ ਹੈ। ਕਿਤੇ ਆਪਾਂ ਮਹਾਰਾਜ ਦੇ ਮਥਾਜ ਹਾਂ, ਗਰੀਬ ਨਵਾਜ ਪਾਤਸ਼ਾਹ ਦਾ ਘਰ ਥੋੜਾ ਮਥਾਜ ਹੈ ਕਿਤੇ ਦਾ। ਇਹ ਤਾਂ ਸਾਧ ਸੰਗਤ ਜੀ ਮਹਾਰਾਜ ਦਾ ਜਿੱਥੇ ਕੌਤਕ ਹੋਵੇ ਰੜੇ ਮੈਦਾਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿਓ। 5-7 ਸਾਲ ਕੋਈ ਭਾਵਨਾ ਨਾਲ ਸੇਵਾ ਕਰੇ ਗੁਰੂ ਕਲਗੀਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਰੂਪ ਜਾਣ ਕੇ ਉਹਦੀ ਸੇਵਾ ਕਰੇ, ਕੋਈ ਇੱਕ ਸਿੱਖ ਹੀ ਹੋਵੇ ਚਾਹੇ, ਤੇ ਤੰਬੂ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦੇਵੇ, 5-7 ਸਾਲਾਂ ਦੇ ਵਿੱਚ ਉੱਥੇ ਗੁੰਬਦ ਝੂਲ ਜਾਂਦੇ ਆ। ਇਹ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਹੈ। ਮਹਾਰਾਜ ਨੂੰ ਪ੍ਰਸੰਨ ਕਰ ਲਵੇ ਕੋਈ ਪਾਤਸ਼ਾਹ ਮਹਾਰਾਜ। ਜਿਵੇਂ ਸਾਧ ਸੰਗਤ ਜੀ ਕੋਈ ਪੁੱਤਰ ਹੋਵੇ ਤੇ ਜੇ ਪਿਤਾ ਦੀ ਸੇਵਾ ਨਾ ਕਰੇ ਤੇ ਪਿਤਾ ਤੋਂ ਕੁਝ ਪ੍ਰਾਪਤ ਨਹੀਂ ਹੁੰਦਾ, ਉਹਨੂੰ ਸਖਣਾ ਰਹਿ ਜਾਂਦਾ। ਤੇ ਜੇ ਸਾਧ ਸੰਗਤ ਦੀ ਕੋਈ ਧੀ ਪੁੱਤ ਆਪਦੇ ਮਾਂ-ਬਾਪ ਦੀ ਖਾਸ ਕਰ ਪਿਤਾ ਦੀ ਸੇਵਾ ਕਰ ਲਵੇ ਤੇ ਉਹ ਬਾਪ ਤੋਂ ਜੋ ਮੰਗੇ, ਕਿਉਂਕਿ ਉਹ ਲੁਕਾਉਂਦਾ ਹੀ ਕੁਝ ਨਹੀਂ, ਜੋ ਮੰਗੇ ਉਹ ਹੀ ਦੇ ਦਿੰਦਾ। ਤੇ ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਹਰ ਜੀ ਮਾਤਾ ਹਰ ਜੀ ਪਿਤਾ। ਗੁਰੂ ਕਲਗੀਧਰ ਸਾਹਿਬ ਮਹਾਰਾਜ ਵਰਗਾ ਬਾਪ ਕਿਹੜਾ ਦੁਨੀਆ ਤੇ ਸਭ ਤੋਂ ਖਾਲਸਾ ਜੀ ਉੱਤਮ ਵਸਤੂ ਔਲਾਦ ਮੰਨੀ ਹੈ ਪੁੱਤਰ। ਤੇ ਉਹ ਕੈਸਾ ਬਾਪ ਹੋਏਗਾ ਸਿੱਖਾਂ ਦਾ ਪਿਤਾ, ਕੈਸਾ ਹੋਵੇਗਾ ਪੰਥ ਦਾ ਵਾਲੀ ਵੀ 4 ਪੁੱਤਰਾਂ ਦੇ ਇੱਕ 17 ਸਾਲ, ਇੱਕ 15 ਸਾਲ, 9 ਸਾਲ ਤੇ 7 ਸਾਲ ਵੀ ਮੁੱਛ ਫੁੱਟ ਗੱਭਰੂ ਪੁੱਤਾਂ ਦੇ ਸਿਰ ਵੱਡੇ ਹੋਏ ਤੇ ਪੰਥ ਦੀ ਝੋਲੀ ਪਾ ਦੇਵੇ। ਕੋਈ ਹੈ ਕੋਈ ਐਸਾ ਸੰਸਾਰ ਤੇ ਵੀ ਜੇ ਇਸ ਪਿਤਾ ਨੇ, ਜੇ ਇਸ ਪਾਤਸ਼ਾਹ ਨੇ ਸਭ ਤੋਂ ਕੀਮਤੀ ਵਸਤੂ ਆਪਦੀ ਅੰਸ਼ ਹੈ, ਧੀ ਪੁੱਤ ਆਪਦੇ ਅੰਸ਼ ਬੰਸਿਆ ਨਾ, ਤੇ ਪੁੱਤਰ 4 ਇੱਕ ਨਹੀਂ ਫਿਰ 4 ਸਾਹਿਬਜ਼ਾਦੇ, ਸਾਰਾ ਘਰ ਹੀ ਸਮੇਤ ਪਿਤਾ ਤੇ ਮਾਤਾ ਗੁਜਰ ਕੌਰ ਜੀ, ਸਾਰਾ ਪਰਿਵਾਰ ਹੀ ਪੰਥ ਨੂੰ ਦੇ ਦਿੱਤਾ ਹੋਵੇ ਤੇ ਸੰਸਾਰੀ ਵਸਤੂਆਂ ਕੀ ਉਹ ਨਾ ਦੇਵੇਗਾ। ਸੋ ਔਗਣ ਸਭ ਅਸਾਹ, ਕਮੀ ਆਪਦੇ 'ਚ ਹੁੰਦੀ ਹੈ। ਕੋਈ ਸਾਧ ਸੰਗਤ ਜੀ ਜਲ ਵਰਤਾਵੇ ਛਬੀਲ ਤੇ, ਜਿਹਦੇ ਕੋਲ ਭਾਂਡਾ ਹੀ ਮੋਰੀ ਵਾਲਾ ਤੇ ਛਬੀਲ ਵਾਲਾ ਉੱਥੇ ਕੀ। ਕਬੀਰ ਸਾਚਾ ਸਤਿਗੁਰੂ ਕਿਆ ਕਰੇ, ਜੋ ਸਿੱਕਾ ਮੈਂ ਚੂਕ ਅੰਧੇ ਏਕ ਨਾ ਲਾਗੇ, ਜੋ ਬਾਂਸ ਬਜਾਈਏ ਫੂਕ। ਬਾਂਸ ਦੇ ਇੱਧਰੋਂ ਫੂਕ ਮਾਰੋ ਗਾਂ ਨਿਕਲ ਜਾਂਦੀ ਹੈ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਤਾਂ ਸਦਾ ਹੀ ਭਰਦੇ ਰਹਿੰਦੇ ਆ, ਪਰ ਜਿਹੜੇ ਭਾਂਡੇ 'ਚ ਮੋਰੀ ਹੁੰਦੀ ਖਾਲਸਾ ਜੀ ਉਹਦੇ ਵਿੱਚ ਜਾਲ ਮਾਰ ਕਹਿੰਦੇ ਹੁੰਦਾ ਭਾਂਡਾ ਟਿਕਿਆ ਨਾ ਕੋਈ। ਖਾਲੀ ਵਾਹਿਗੁਰੂ ਮੂਧੇ ਭਾਂਡੇ ਜਾਂ ਛੇਕ ਵਾਲੇ ਭਾਂਡੇ ਦੇ ਵਿੱਚ ਕੋਈ ਵਸਤੂ ਨਹੀਂ ਟਿਕਦੀ, ਜਿਹਦੇ ਵਿੱਚ ਖਾਲਸਾ ਜੀ ਈਰਖਾ ਦਵੈਸ਼ ਰੂਪੀ ਛੇਕ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਕ੍ਰੋਧ ਕਾਮ ਲੋਭ ਈਰਖਾ ਨਿੰਦਾ ਚੁਗਲੀ ਇਹ ਛੇਕ ਪਿਆ ਹੋਇਆ, ਉਸ ਭਾਂਡੇ ਹਿਰਦੇ ਰੂਪੀ ਭਾਂਡੇ ਵਿੱਚ ਕਦੇ ਗੁਰੂ ਕੀ ਬਰਕਤ ਰੂਪੀ ਵਸਤੂ ਨਹੀਂ ਸਮਾ ਸਕਦੀ। ਤੋ ਮਹਾਰਾਜ ਪਾਤਸ਼ਾਹ ਜਿਸ ਗਰੀਬ ਨਵਾਜ ਨੇ 4 ਪੁੱਤਾਂ ਮਾਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਐਸਾ ਪਰਿਵਾਰ, ਫਿਰ ਇੱਕ ਤਾਂ ਆਮ ਪਰਿਵਾਰ ਹੁੰਦਾ ਨਾ ਸੰਸਾਰੀਆਂ ਦਾ। ਬਾਬਾ ਅਜੀਤ ਸਿੰਘ ਸਾਹਿਬ ਜੀ ਬ੍ਰਹਮ ਗਿਆਨੀ ਸਨਗੇ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਬਾਬਾ ਜੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਵੱਡੇ ਵੱਡੇ ਪੰਥ ਚਲਾ ਦਿੱਤੇ ਹੈ। ਆ ਨਿਹੰਗ ਸਿੰਘਾਂ ਦਾ ਸਾਰਾ ਸਰੂਪ ਬਾਬਾ ਫਤਿਹ ਸਿੰਘ ਸਾਹਿਬ ਜੀ ਤੋਂ ਚੱਲਿਆ। ਤੋਂ ਬਾਬਾ ਫਤਿਹ ਸਿੰਘ ਸਾਹਿਬ ਜੀ ਕੇ ਜਥੇ ਸਿੰਘ ਸਾਹਿਬ ਜੀ, ਇਹੋ ਜਿਹੇ ਮਹਾਨ ਪੁਰਖ ਭਾਵ ਸੰਸਾਰ ਦੇ ਸਾਰੇ
ਮਨੁੱਖ ਬਾਬਾ ਫਤਿਹ ਸਿੰਘ ਸਾਹਿਬ ਕੱਲਿਆਂ ਦੀ ਬਰਾਬਰੀ ਨਹੀਂ ਕਰ ਸਕਦੇ। ਸਾਰਾ ਸੰਸਾਰ ਤੇ ਇੱਕ ਪਾਸੇ ਬਾਬਾ ਫਤਿਹ ਸਿੰਘ ਸਾਹਿਬ ਜੀ ਵੀ ਇਹੋ ਜਿਹੇ ਮਹਾਨ ਤਤਵ ਤੇ ਬ੍ਰਹਮ ਗਿਆਨੀ ਪੁੱਤਰ ਹੋਣ, ਉਹਨਾਂ ਦੇ ਸੀਸ ਦਿੱਤੇ। ਕੋਈ ਆਮ ਇਹ ਨਹੀਂ ਆਮ ਪੁੱਤਰ ਸੰਸਾਰ ਦੇ ਬਥੇਰੇ ਆ। ਰਾਵਣ ਦੇ ਕੋਲ 1.25 ਲੱਖ ਪੋਤਰਾ ਸੀ, 1 ਲੱਖ ਪੁੱਤ ਸੀ। ਉਹੋ ਜਿਹੇ ਨਹੀਂ, ਹੰਕਾਰੀ ਵਿਕਾਰੀ ਨਹੀਂ, ਵੀ ਪੂਰੇ ਸੂਰੇ 4 ਸਾਹਿਬਜ਼ਾਦੇ ਕਿਹੋ ਜਿਹੇ, ਜਿਹੋ ਜਿਹੇ ਗੁਰੂ ਕਲਗੀਧਰ ਸਾਹਿਬ ਸੀ, ਆਪਦੇ ਵਰਗੇ ਪੁੱਤਰ ਸੀਗੇ। ਤੋ ਉਹੋ ਜਿਹੇ 4 ਸਾਹਿਬਜ਼ਾਦੇ ਤੇ ਬਾਪ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਤੇ ਧੰਨ ਮਾਤਾ ਗੁਜਰ ਕੌਰ ਜੀ, ਐਸੇ ਪਰਿਵਾਰ ਨੂੰ ਪੰਥ ਦੀ ਝੋਲੀ ਪਾ ਦਿੱਤਾ। ਫਿਰ ਇਹ ਕਹਿ ਦੇਣਾ ਵੀ ਇਨ ਪੁੱਤਰਨ ਕੇ ਸੀਸ ਪਰ, ਵੀ ਇਹਨਾਂ ਨੂੰ ਫਿਰ ਪੁੱਤ ਬਣਾ ਲਿਆ ਦੁਬਾਰਾ। ਇਦਾਂ ਖਾਲਸਾ ਜੀ ਜਿਹਨੇ ਇਹੋ ਜਿਹੀ ਵਸਤੂ ਨਹੀਂ ਰੱਖੀ ਕੀਮਤੀ, ਤੇ ਸੰਸਾਰ ਦੀਆਂ ਵਸਤੂਆਂ ਉਹਦੇ ਵਾਸਤੇ ਕੀ ਹੈ? ਔਗਣ ਸਭ ਅਸਾਹ। ਸੋ ਮਹਾਰਾਜ ਦਾ ਘਰ ਖਾਲਸਾ ਦੀ ਮਥਾਜ ਨਹੀਂ ਹੈ। ਪਾਤਸ਼ਾਹ ਗਰੀਬ ਨਵਾਜ ਜਿੱਥੇ ਜਾਏ ਬਹਿ, ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਤੁਸੀਂ ਰੜੇ ਮੈਦਾਨ ਵਿੱਚ ਪਾਤਸ਼ਾਹ ਦਾ ਪ੍ਰਕਾਸ਼ ਕਰਕੇ ਤੰਬੂ ਲਾ ਦਿਓ। ਇੱਕ ਸਿੱਖ ਹੋਵੇ ਚੌਰ ਬਰਦਾਰ, ਭਾਵਨਾ ਨਾਲ ਸੇਵਾ ਕਰੇ ਮਹਾਰਾਜ ਪਾਤਸ਼ਾਹ ਜੀ ਦੀ, ਤੇ ਸਮਾਂ ਆਉਂਦਾ 5 7 10 ਸਾਲ ਤੱਕ ਉੱਥੇ ਸਾਧ ਸੰਗਤ ਜੀ ਜੋੜ ਮੇਲੇ ਲੱਗ ਜਾਂਦੇ। ਬਾਬਾ ਬੁੱਢਾ ਸਾਹਿਬ ਜੀ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਦਰਬਾਰ ਹੈ, ਜਿਹੜੀ ਉਹ ਪਾਲਕੀ ਸਾਹਿਬ ਹੈ ਨਾ ਖਾਲਸਾ ਜੀ, ਜਿੱਥੇ ਬਾਬਾ ਉਹਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹ ਥੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਣਾਇਆ ਹੋਇਆ, 6ਵੇਂ ਪਾਤਸ਼ਾਹ ਨੇ। ਪਿੱਛੇ ਇਤਿਹਾਸ ਵਿੱਚ ਜ਼ਿਕਰ ਹੈ, ਉਹ ਥੜਾ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਦਾ ਬਣਿਆ ਹੈ। ਚਲੋ ਹੁਣ ਦੁਬਾਰਾ ਹੋ ਸਕਦਾ ਕਾਰ ਸੇਵਾ ਰਾਹੀਂ ਦੁਬਾਰਾ ਢਾਹ ਕੇ, ਪਰ ਉਹ ਹੈ ਉੱਥੇ ਹੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਥੜਾ ਬਣਿਆ ਹੋਇਆ ਹੱਥ ਦਾ। ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖ, ਭਾਈ ਗੁਰਦਾਸ ਜੀ, ਇੱਦਾਂ ਖਾਲਸਾ ਜੀ ਬਾਬਾ ਬਿਧੀ ਚੰਦ ਜੀ ਵਰਗੇ ਸੂਰਮੇ। ਸੋ ਇਹ ਜਦੋਂ ਗਏ ਸੀ ਮਹਾਰਾਜ 6ਵੇਂ ਪਾਤਸ਼ਾਹ ਇੱਥੇ ਬੀੜ ਸਾਹਿਬ, ਉਦੋਂ ਮਹਾਰਾਜ ਨੇ ਹੱਥੀਂ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਣਿਆ ਹੱਥ ਦਾ ਥੜਾਇਆ। ਸੋ ਉੱਥੇ ਵੇਖ ਲਓ ਅੱਜ ਕੀ ਹੈ, ਕਦੇ ਤਿਲ ਸੁੱਟਿਆ ਪੁੰਜੇ ਡਿੱਗਦਾ। ਜੋੜ ਮੇਲੇ ਲੰਘ ਕੇ ਗਏ ਆ। ਜੋੜ ਮੇਲਾ ਨਾ ਵੀ ਹੋਵੇ ਤੇ ਤਾਂ ਵੀ ਕਤਾਰਾਂ ਲੱਗੀਆਂ ਰਹਿੰਦੀਆਂ ਨੇ, ਕਿਉਂਕਿ ਵਰੋਸ ਆਏ ਗਏ ਨਾ ਗੁਰੂ ਕਲਗੀਧਰ ਸਾਹਿਬ, ਗੁਰੂ ਨਾਨਕ ਸਾਹਿਬ ਦੇ ਘਰੋਂ। ਸੋ ਇੱਦਾਂ ਖਾਲਸਾ ਜੀ ਉਹ ਤਾਂ ਉਹ ਬੇਨਤੀ ਕਰਦੇ ਆ ਵੀ ਮਹਾਰਾਜ ਕੱਲ ਤੱਕ ਤਾਂ ਇੱਥੇ ਕੁਝ ਵੀ ਨਹੀਂ ਸੀ, ਤੁਹਾਡੀਆਂ ਹੀ ਖੇਡਾਂ ਨੇ ਨਾ ਸਾਰੀਆਂ। ਤੁਸੀਂ ਮਹਾਰਾਜ ਲਾਹੌਰ ਵਾਲਿਆਂ ਬੇਨਤੀ ਕੀਤੀ ਵੀ ਬਰਾਤ ਲੈ ਕੇ ਆਓ, ਤੁਸੀਂ ਮਹਾਰਾਜ ਆਖਿਆ ਵੀ ਕੋਈ ਨਹੀਂ ਬਰਾਤ ਲਿਆਵਾਂਗੇ ਵੀ ਲਾਹੌਰ, ਤੇ ਇੱਥੇ ਲਾਹੌਰ ਵਸਾ ਦਿੰਦੇ। ਇਹ ਤੁਹਾਡੇ ਕਹਿਣ ਨਾਲ ਹੀ, ਤੁਹਾਡੇ ਬਚਨ ਕਰਨ ਨਾਲ ਹੀ ਮਹਾਰਾਜ ਇੱਥੇ ਗੁਰੂ ਕਾ ਲਾਹੌਰ ਨਗਰ ਵਸ ਗਿਆ। ਉਹ ਬਾਣੀਏ ਕਹਿੰਦੇ ਮਹਾਰਾਜ ਤੁਸੀਂ ਤਾਂ ਸਭ ਕੁਝ ਕਰਨ ਹਾਰੇ ਹੋ, ਇੱਕ ਛਿਣ 'ਚ ਹੀ ਸਾਰੇ ਕੌਤਕ ਵਰਤਾ ਦਿੰਦੇ ਹੋ। ਇਸ ਤਰ੍ਹਾਂ ਪਾਤਸ਼ਾਹ ਜੀ ਆਪ ਜੀ ਤਾਂ ਸਾਰੇ ਕਰਤਬਾਂ ਦੇ, ਸਾਰੇ ਕੌਤਕਾਂ ਦੇ ਕਰਨ ਵਾਲੇ ਹੋ ਜੀ। ਜੋ ਚਾਹੋ ਪਾਤਸ਼ਾਹ ਜੀ ਉਹੀ ਕਰ ਸਕਦੇ ਹੋ। ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਵੱਡ ਮੇਲਾ ਦਿਨ ਪ੍ਰਤ ਹੋਵੈ। ਬੜਾ ਭਾਰੀ ਮੇਲਾ ਰੋਜ਼ ਹੁੰਦਾ, ਸੰਗਤਾਂ ਵੱਧਦੀਆਂ ਜਾਂਦੀਆਂ, ਬੜਾ ਜੋੜ ਮੇਲਾ ਸਜ ਰਿਹਾ ਹੈ। ਔਰ ਹਰਖ ਹੈ ਜੋ ਨਰ ਜੋਵੈ। ਜਿਹੜਾ ਖਾਲਸਾ ਜੀ ਵੇਂਦਾ ਗੁਰੂ ਕਲਗੀਧਰ ਸਾਹਿਬ ਨੂੰ, ਸੰਗਤਾਂ ਨੂੰ, ਜੋੜ ਮੇਲੇ ਨੂੰ, ਉਹਦਾ ਮਨ ਪ੍ਰਸੰਨ ਹੋ ਜਾਂਦਾ ਹੈ। ਹੋਏ ਤਿਆਰ ਆਹਾਰ ਹਕਾਰੇ। ਪ੍ਰਸ਼ਾਦਾ ਤਿਆਰ ਹੁੰਦਾ ਰੋਜ਼, ਤੇ ਗੁਰੂ ਕਲਗੀਧਰ ਸਾਹਿਬ ਜੀ ਜੰਝ ਘਰ ਵਿੱਚ ਬੈਠੇ ਰਹਿੰਦੇ। ਜਦੋਂ ਕਿਸੇ ਬਾਣੀਏ ਨੇ ਜਿਵੇਂ ਸਰਹੰਦ ਵਾਲਿਆਂ ਪ੍ਰਸ਼ਾਦਾ ਕੀਤਾ ਤੇ ਪ੍ਰਸ਼ਾਦਾ ਤਿਆਰ ਕਰਕੇ ਸੱਦਾ ਭੇਜਦੇ, ਪਾਤਸ਼ਾਹ ਮਹਾਰਾਜ ਆਓ ਲੰਗਰ ਪ੍ਰਸ਼ਾਦਾ ਤਿਆਰ ਹੈ। ਸੱਚੇ ਪਾਤਸ਼ਾਹ ਜੀ ਫਿਰ ਜੰਝ ਘਰ ਚੋਂ ਚਾਲਾ ਪਾ ਕੇ ਜਿੱਥੇ ਪੰਗਤਾਂ ਹੁੰਦੀਆਂ ਉੱਥੇ ਜਾ ਪਹੁੰਚਦੇ ਆ। ਗਨ ਬਾਦਿਤ ਬਜਤ ਪਧਾਰੇ। ਮਹਾਰਾਜ ਜਦੋਂ ਤੁਰਦੇ ਸਾਧ ਸੰਗਤ ਜੀ ਨਗਾਰੇ ਧੌਂਸੇ ਇਦਾਂ ਜੈ ਜੈਕਾਰ ਹੁੰਦੀ, ਨਰਸਿੰਗੇ ਤੇ ਸ਼ੰਖ ਵੱਜਦੇ ਜਾਂਦੇ ਆ। ਰਮਨੀਕ ਥਾਨ ਬੈਠਾਏ। ਸਤਿਗੁਰਾਂ ਨੂੰ ਸੋਹਣੇ ਆਸਣ ਲਾ ਲਾ ਕੇ, ਵਿਛਾਈਆਂ ਕਰ ਕਰਕੇ ਗੁਰੂ ਕੀ ਸਿੱਖ ਸੰਗਤ ਬਿਠਾਉਂਦੀ ਹੈ। ਘਰ ਫਰਸ਼ ਭਲੇ ਸੁਧਰਾਏ। ਸਿੱਖਾਂ ਵਾਸਤੇ ਫਰਸ਼ ਵਿਛੇ ਹੁੰਦੇ, ਵਿਛਾਈਆਂ ਕੀਤੀਆਂ ਹੁੰਦੀਆਂ, ਟਾਟ ਮੈਟ ਰੱਖੇ ਹੁੰਦੇ ਆ। ਜਲ ਲੈ ਕਰ ਪਾਨ ਪਖਾਰੇ। ਪੰਗਤਾਂ ਬਣ ਜਾਂਦੀਆਂ, ਪਹਿਲਾਂ ਹੱਥ ਧਵਾਏ ਜਾਂਦੇ ਆ। ਜਿਹੜੀ ਸਿੱਖ ਸੰਗਤ ਬਹਿੰਦੀ ਆ ਕੇ, ਉਹਨਾਂ ਸਾਰੀਆਂ ਸੰਗਤਾਂ ਦੇ ਪਹਿਲਾਂ ਸਾਰੀ ਸੰਗਤ ਨੂੰ ਪੰਡਾਲ ਵਿੱਚ ਬਹਾ ਕੇ ਪੰਗਤਾਂ ਵਿੱਚ, ਫਿਰ ਉਹਨਾਂ ਦੇ ਹੱਥ ਤਗੜੇ ਕਰਵਾਏ ਜਾਂਦੇ ਆ। ਪੁਨ ਪਹੁੰਚ ਪਰੋਸਨ ਹਾਰੇ। ਫਿਰ ਇਹਨੇ ਨੂੰ ਪਰੋਸਣ ਵਾਲੇ ਜਿਹੜੇ ਲਾਂਗਰੀ ਵਰਤਾਵੇ ਆ ਉਹ ਪਹੁੰਚ ਜਾਂਦੇ ਆ। ਧਰ ਸਭਿਨ ਅਗਾਰੀ ਥਾਰਾ। ਸਾਰਿਆਂ ਦੇ ਅੱਗੇ ਇੱਕ ਇੱਕ ਥਾਲ ਰੱਖ ਦਿੱਤਾ ਜਾਂਦਾ, ਬਾਟਾ ਰੱਖ ਦਿੱਤਾ ਜਾਂਦਾ ਹੈ। ਬਹੁ ਸਵਾਦਲ ਪਾਏ ਆਹਾਰਾ। ਫਿਰ ਵਰਤਾਵੇ ਆ ਜਾਂਦੇ, ਭਰ ਭਰ ਕੇ ਬਾਲਟੀਆਂ ਡੋਣੇ ਭਰ ਭਰ ਕੇ ਪੱਤਲਾਂ ਵਿੱਚ ਭੋਜਨ ਪਰੋਸ ਰਹੇ ਆ। ਜੇ ਸਪਤ ਵਿਧਨ ਪਕਵਾਨਾ। ਏਦਾਂ ਖਾਲਸਾ ਜੀ
100 ਪ੍ਰਕਾਰ ਦਾ, ਸਬਤ ਦਾ ਅਰਥ 100 ਵੀ ਹੁੰਦਾ, 7 ਵੀ ਹੁੰਦਾ, 107 ਪ੍ਰਕਾਰ ਦਾ ਜਿਹੜਾ ਭੋਜਨ ਬਣਦਾ ਤਰ੍ਹਾਂ ਤਰ੍ਹਾਂ ਦਾ, ਵਿੱਚ ਮੇਵੇ ਮਿਲੇ ਮਹਾਨਾ। ਜਿਹਦੇ ਵਿੱਚ ਕਾਜੂ ਬਦਾਮ ਗਿਰੀਆਂ ਮੇਵੇ ਪਏ ਹੁੰਦੇ ਆ, ਦਧ ਸਾਥ ਵਿਸਾਲ ਮਸਾਲੇ। ਨਾਲ ਦਹੀਂ ਵਰਤਾਇਆ ਜਾਂਦਾ ਹੈ, ਜਿਹਦੇ ਵਿੱਚ ਬੜੇ ਸੁੰਦਰ ਮਸਾਲੇ ਪਾਏ ਹੋਏ ਹਨ ਜੀ। ਗਨ ਬਰੇ ਪਕੌੜੇ ਡਾਲੇ। ਤੇ ਦਹੀਂ ਦੇ ਵਿੱਚ ਕਿਤੇ ਪਕੌੜੇ ਕਿਤੇ ਵੜੀਆਂ ਪਾਈਆਂ ਹੋਈਆਂ ਹਨ, ਸਭ ਅਚਵਤ ਸਵਾਦ ਸਰਾ ਹੈ। ਬੂੰਦੀ ਪਾਈ ਹੁੰਦੀ, ਰਾਇਤਾ ਬਣਾਇਆ ਹੁੰਦਾ। ਇਦਾਂ ਬਹੁਤ ਸਵਾਦ ਦੇ ਨਾਲ ਸਿੱਖ ਸੰਗਤਾਂ ਭੋਜਨ ਛਕਦੀਆਂ ਹਨ। ਪੁਨ ਸੂਖਮ ਚਾਵਰ ਚਾਹੈ। ਫਿਰ ਹੋਰ ਕੀ ਵਰਤਦਾ ਹੈ, ਕਹਿੰਦੇ ਇੱਛਾ ਧਾਰੀ ਸਿੱਖਾਂ ਵੀ ਚੌਲ ਹੋਣ ਕਿਤੇ ਝਾਟੀ ਚੌਲ ਬਣਾ ਕਰਕੇ ਹਾਜ਼ਰ ਕਰ ਦਿੰਦੇ ਸਿੱਖ ਪਰਿਵਾਰ। ਜੁਗ ਰੀਤਨ ਕੇ ਤਬ ਤੇ ਲਿਆਏ। ਦੋ ਤਰ੍ਹਾਂ ਦੇ ਚੌਲ, ਜਿਵੇਂ ਮਿੱਠੇ ਤੇ ਲੂਣੇ, ਦੋਵੇਂ ਤਰ੍ਹਾਂ ਦੇ ਚੌਲ ਗੁਰੂ ਕੀ ਪੰਗਤ ਵਿੱਚ ਵਰਤ ਰਹੇ ਹਨ ਜੀ। ਇਕ ਮਧੁਰ ਸਲਵਨ ਮਿਲਾਏ। ਕੋਈ ਬਾਲਟੀਆਂ ਭਰ ਕੇ ਮਿੱਠੇ ਚੌਲ ਚੁੱਕੀ ਫਿਰਦਾ ਹੈ, ਕੋਈ ਬਾਲਟੇ ਭਰ ਭਰ ਕੇ ਲੂਣੇ ਚੌਲ ਵਰਤਾ ਰਿਹਾ ਹੈ। ਬਹੁ ਸਾਵਗ ਗਰੀ ਬਿਸਾਲੇ। ਚੌਲਾਂ ਦੇ ਵਿੱਚ ਕਿਧਰੇ ਗਿਰੀਆਂ ਮੇਵੇ, ਹੋਰ ਬੜੀ ਸੌਂਗੀ ਮਲਾਈ ਹੋਈ ਹੈ। ਗਨ ਚਤੁਰਨ ਕਰ ਵਿੱਚ ਡਾਲੇ। ਇਹ ਸਾਰੇ ਬੜੇ ਸੁੰਦਰ ਜਿਹੜੇ ਕਾਰੀਗਰ ਨਾ, ਚੰਗੇ ਗੁਰੂ ਕੇ ਲਾਂਗਰੀ ਸਿੱਖ ਸੋਧੇ ਹੋਏ, ਉਹਨਾਂ ਨੇ ਬਣਾ ਬਣਾ ਕੇ ਰਸਤਾਂ ਤਿਆਰ ਕੀਤੀਆਂ ਬੜੇ ਭਾਵਨਾ ਨਾਲ। ਖਾਟ ਰਸ ਕੋ ਅਚਵਤ ਸਾਰੇ। ਇਦਾਂ ਖਾਲਸਾ ਜੀ ਸਾਰੇ ਛਕਦੇ ਆ ਰੱਜ ਰੱਜ ਕੇ ਤੇ ਸਰਾਹੇ ਬੜਾ ਸ਼ੋਭਾ ਕਰਦੇ ਆ ਵੀ ਵਾਹ ਭਾਈ, ਸਰੰਦੀ ਬਾਣੀਆਂ ਨੇ ਬੜਾ ਸੁੰਦਰ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਹੈ। ਗੁਰ ਕੀਰਤ ਕਰਤ ਉਦਾਰੇ। ਇਦਾਂ ਗੁਰੂ ਕਲਗੀਧਰ ਸਾਹਿਬ ਜੀ ਦੀ ਬੜੀ ਕੀਰਤੀ ਵਡਿਆਈ ਹੋ ਰਹੀ ਹੈ ਜੀ। ਬਹੁ ਮਿਲੀ ਨਾਗਰੀ ਨਾਰੀ। ਇਦਾਂ ਖਾਲਸਾ ਜੀ ਬਹੁਤ ਜੜੀਆਂ ਨਾ ਮਾਈਆਂ ਮਿਲ ਮਿਲ ਕੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੀਆਂ ਹਨ। ਤਨ ਭੂਖਨ ਬਸਨ ਸਿੰਗਾਰੀ। ਤੇ ਜਿਨ੍ਹਾਂ ਦੇ ਸਰੀਰ ਤੇ ਗਹਿਣੇ ਪਾਏ ਹੋਏ ਆ, ਬੜੇ ਸੁੰਦਰ ਵਸਤਰ ਪਹਿਨੇ ਹੋਏ ਹਨ ਜੀ। ਕਲ ਕੋਕਿਲ ਕੰਠੀ ਗਾਵੈ। ਜਿਨ੍ਹਾਂ ਦੇ ਕੰਠ ਕੋਕਲ ਕਈਏ ਕੋਇਲ ਵਰਗੇ ਆ, ਤੇ ਇਸ ਤਰ੍ਹਾਂ ਜਿਹੜੇ ਬਚਨ ਬਲਾਸ ਜਿਹੜੇ ਗਾਏ ਜਾ ਰਹੇ ਹਨ ਜੀ। ਉਹ ਦ੍ਰਿਗ ਖੰਜਨ ਅੰਜਨ ਚਾਵੈ। ਤੇ ਨੇਤਰ ਇਸ ਤਰ੍ਹਾਂ ਜਿਵੇਂ ਖੰਜਨ ਮਮੋਲੇ ਦੇ ਹੁੰਦੇ ਹਨ ਜੀ। ਉਹ ਨਰ ਜੇ ਬਰਾਤ ਅਭਿਰਾਮੋ। ਜਿਹੜੇ ਬਰਾਤ ਵਿੱਚ ਨਰ ਮਨੁੱਖ ਆਏ ਹੋਏ, ਭਾਵ ਜਿੰਨੀ ਸਿੱਖ ਸੰਗਤ ਗੁਰੂ ਕਲਗੀਧਰ ਸਾਹਿਬ ਜੀ ਦੀ ਬਰਾਤ ਚੜ ਕੇ ਆਈ ਹੋਈ ਹੈ। ਦੇ ਗਾਰੀ ਲੈ ਕਰ ਨਾਮੋ। ਇਸ ਤਰ੍ਹਾਂ ਜਿਹੜਾ ਹੈ ਨਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੀ ਸੋਭਾ ਸਿਫਤ ਸਲਾਘਾ, ਧੰਨ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਇਦਾਂ ਸਾਧ ਸੰਗਤ ਜੀ ਵਡਿਆਈ ਸਿਫਤੀ ਦੇ ਬਚਨ ਬਲਾਸ ਹੋ ਰਹੇ ਹਨ। ਪੜ ਕੀ ਕਰਦਾ ਮਨ ਸਭ ਕੇ ਤਬ ਬਿਰਮਾਵੈ। ਇਦਾਂ ਸਾਧ ਸੰਗਤ ਜੀ ਸਭ ਸੰਗਤਾਂ ਦੇ ਜਿਹੜੇ ਆ ਨਾ ਪ੍ਰਸ਼ਾਦਾ ਪਾਣੀ ਭੋਜਨ ਵੇਖ ਵੇਖ ਕੇ ਮਨ ਬੜੇ ਪ੍ਰਸੰਨ ਹੋ ਰਹੇ ਹਨ। ਨਹਿ ਉਠਨ ਕਿਸੂ ਮਨ ਤੇ ਭਾਵੈ। ਕਿਸੇ ਦੇ ਮਨ ਨੂੰ ਭਾਉਂਦਾ ਹੀ ਨਹੀਂ ਵੀ ਉੱਠ ਜਾਈਏ, ਜੀ ਕਰਦਾ ਜੇ ਹੋਰ ਪ੍ਰਸ਼ਾਦਾ ਛਕੀਏ, ਹੋਰ ਛਕੀਏ। ਇਦਾਂ ਬੜਾ ਭਾਰੀ ਆਨੰਦ ਆ ਰਿਹਾ ਹੈ। ਸੁਖ ਪਾਏ ਭਨ ਬਚ ਐਸੇ। ਇਦਾਂ ਖਾਲਸਾ ਜੀ ਤੋਂ ਰੱਜ ਲਿਆ ਤੇ ਸੁਖ ਆਇਆ। ਰੱਜ ਰੱਜ ਕੇ ਭੋਜਨ ਪ੍ਰਸ਼ਾਦਾ ਛਕਿਆ ਸਿੱਖਾਂ ਨੇ, ਤੇ ਬਚਨ ਐਸੇ ਕੀਤੇ ਐ। ਅਸ ਉਤਸਵ ਕਿਤਹੁ ਨ ਕੈਸੇ। ਬਰਾਤੀ ਆਏ ਹੋਏ ਕਹਿੰਦੇ ਭਾਈ ਇਹੋ ਜਿਹਾ ਉਤਸਵ ਨਹੀਂ ਕਿਤੇ ਵੇਖਿਆ। ਵੀ ਠੀਕ ਹੈ, ਆਨੰਦ ਕਾਰਜ ਵਿਵਾਹ ਬੜੇ ਹੁੰਦੇ ਐ, ਪਰ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਆਨੰਦ ਕਾਰਜ, ਸਤਿਗੁਰਾਂ ਦੇ ਵਿਆਹ ਵਰਗਾ ਵਿਆਹ ਕਿਤੇ ਹੋਰ ਨਹੀਂ ਵੇਖਿਆ ਹੈ। ਤੁਧ ਬਿਸਰਿਓ ਦੇਸ ਕਾਲਾ। ਇਦਾਂ ਸਾਧ ਸੰਗਤ ਜੀ ਗੁਰੂ ਕਲਗੀਧਰ ਸਾਹਿਬ ਜੀ ਦੀ ਸੋਭਾ ਸਿਫਤ ਸਲਾਘਾ ਦੇਸ਼ਾਂ ਵਸ ਸਭ ਪਾਸੇ ਫੈਲ ਰਹੀ ਹੈ। ਅਸ ਆਨੰਦ ਭਇਓ ਬਿਸਾਲਾ। ਔਰ ਬਿਸਰਿਓ ਦੇਸ਼ ਰੋਕਾਲਾ, ਭਾਵ ਇਹ ਗੁਰੂ ਕਲਗੀਧਰ ਸਾਹਿਬ ਦਾ ਵਿਵਾਹ ਵੇਖ ਕੇ ਨਾ ਦੇਸ਼ ਕਾਲ ਵਿਸਰ ਗਿਆ। ਦੇਸ਼ ਕਾਲ ਵਿਸਰਨ ਤੋਂ ਭਾਵ ਵੀ ਦੇਸ਼ ਵਿਸਰ ਜਾਣਾ, ਵੀ ਪਤਾ ਹੀ ਨਹੀਂ ਕਿੱਥੇ ਘਰ ਭੁੱਲ ਜਾਣੇ, ਤੇ ਸਮੇਂ ਦਾ ਹੀ ਚੇਤਾ ਨਾ ਰਹਿਣਾ ਵੀ ਕਿੰਨਾ ਸਮਾਂ ਹੋ ਗਿਆ। ਵੀ ਨਾ ਤਾਂ ਸਮੇਂ ਦਾ ਚੇਤਾ ਰਹਿਣਾ ਵੀ ਘੰਟਾ ਲੰਘ ਗਿਆ ਕਿ 10 ਘੰਟੇ ਲੰਘ ਗਏ ਆ, ਤੇ ਸਮੇਂ ਦਾ ਵੀ ਚੇਤਾ ਭੁੱਲ ਜਾਣਾ, ਤੇ ਕਾਲ ਦੇਸ਼ ਦਾ ਭਾਵ ਵੀ ਪਤਾ ਨਹੀਂ ਲੱਗਣਾ ਅਸੀਂ ਕਿੱਥੇ ਆ। ਆਪਦੇ ਘਰ-ਬਾਰ ਸਭ ਕੁਝ ਭੁੱਲ ਜਾਣੇ, ਇਹਨੂੰ ਕਹਿਣਾ ਦੇਸ਼ ਕਾਲ ਭੁੱਲ ਜਾਣਾ। ਸੰਗਤ ਜਿਹੜੀ ਆਈ ਹੋਈ ਹੈ ਉਹਨਾਂ ਨੂੰ ਨਾ ਤਾਂ ਘਰ ਦਾ ਚੇਤਾ ਆ ਰਿਹਾ ਤੇ ਨਾ ਹੀ ਸਮੇਂ ਦਾ ਪਤਾ ਲੱਗ ਰਿਹਾ ਵੀ ਕਿੰਨੇ ਦਿਨ ਹੋ ਚੱਲੇ, ਕਿਸੇ ਦਾ ਮਨ ਨਹੀਂ ਕਾਹਲਾ ਪੈਂਦਾ ਹੈ। ਅਸ ਆਨੰਦ ਭਇਓ ਬਿਸਾਲਾ। ਇਦਾਂ ਖਾਲਸਾ ਜੀ ਬੜਾ ਭਾਰੀ ਆਨੰਦ ਗੁਰੂ ਕਲਗੀਧਰ ਸਾਹਿਬ ਜੀ ਦੇ ਵਿਵਾਹ ਵਿੱਚ ਹੋ ਰਿਹਾ ਹੈ। ਤਬ ਨੀਠ ਨੀਠ ਲੈ ਪਾਣੀ। ਇਦਾਂ ਪੰਗਤਾਂ ਬਣੀਆਂ, ਲੰਗਰ ਪ੍ਰਸ਼ਾਦੇ ਤਿਆਰ ਹੋਏ, ਛਕੇ ਛਕਾਏ, ਤੇ ਜਲ ਪਾਣੀ ਥੋੜਾ ਥੋੜਾ ਲੈ ਕਰਕੇ ਸਭ ਕਰੇ ਪਖਾਰਨ ਪਾਣੀ। ਸਭ ਨੇ ਆਪੋ ਆਪਣੇ ਹੱਥ ਤਗੜੇ ਕਰ ਲਏ ਹਨ ਜੀ, ਧੋ ਲਏ ਹਨ। ਤੇਜ ਅਗਰ ਆਏ ਤਬ ਭਾਖਾ। ਫਿਰ ਸੰਗਤ ਜੀ ਇੱਕ ਬ੍ਰਾਹਮਣ ਨੇ ਆ ਕੇ ਗੁਰੂ ਕਲਗੀਧਰ ਸਾਹਿਬ ਅੱਗੇ ਬੇਨਤਾ ਕੀਤਾ ਹੈ। ਸਭ ਤ੍ਰੀਅਨ ਕੀ ਅਭਿਲਾਖਾ। ਮਹਾਰਾਜ ਜਿਹੜਾ ਭਾਈ ਹਰਜਸ ਜੀ ਦਾ ਪਰਿਵਾਰ ਹੈ ਨਾ, ਆਪ
ਜੀ ਦਾ ਰਿਸ਼ਤੇ ਵਿੱਚ ਸੰਸਾਰੀ ਸਹੁਰਾ ਲੱਗਦੇ ਐ। ਉਹ ਪਰਿਵਾਰ ਦੀ ਤੇ ਉਥੋਂ ਦੇ ਪਰਿਵਾਰ ਮਾਈਆਂ ਸਭ ਦੀ ਮਹਾਰਾਜ ਇੱਛਾ ਹੈ ਜੀ ਗੁਰ ਦੁਲਹੁ ਇਤ ਚਲ ਵੀ ਆਵੈ। ਆਪ ਜੀ ਇੱਕ ਵਾਰੀ ਘਰ ਆਓ ਸੱਚੇ ਪਾਤਸ਼ਾਹ ਮਹਾਰਾਜ ਜੀ, ਇੱਕ ਵਾਰੀ ਜਰੂਰ ਆਪ ਜੀ ਉਹਨਾਂ ਦੇ ਘਰ ਵਿੱਚ ਚਰਨ ਪਾਓ ਜੀ। ਕੁਲ ਰੀਤੀ ਸਗਨ ਮਨਾਵੈ। ਤੇ ਉਹ ਮਹਾਰਾਜ ਵੀ ਜਿਹੜਾ ਹੁਣ ਆਪ ਜੀ ਦਾ ਚਾਲਾ ਪੈਣ ਵਾਲਾ ਇੱਥੋਂ ਹੁਣ, ਤੇ ਜਿਹੜੇ ਇੱਕ ਵਾਰੀ ਆਪ ਜੀ ਉਹਨਾਂ ਦੀ ਇੱਛਾ ਹੈ ਵੀ ਮਹਾਰਾਜ ਉਹ ਆਪਣੀ ਪੁੱਤਰੀ ਧੀ ਨੂੰ ਤੇ ਸਾਡੇ ਮਾਤਾ ਦੀ ਜਗਤ ਮਾਤਾ ਮਾਤਾ ਜੀਤ ਕੌਰ ਨੂੰ ਘਰੋਂ ਤੋਰਨਾ ਹੈ, ਤੇ ਪਾਤਸ਼ਾਹ ਜੀ ਇੱਕ ਵਾਰੀ ਆਪ ਜੀ ਉਹਨਾਂ ਦੇ ਗ੍ਰਹਿ ਵਿਖੇ ਚਰਨ ਪਾਓ ਜੀ। ਉਹਨਾਂ ਦੇ ਮਨ ਦੀ ਇੱਛਾ ਹੈ ਪਾਤਸ਼ਾਹ ਜੀ। ਇਮ ਕਹਿ ਕਰ ਤਹ ਲੈ ਚੱਲਾ। ਤੇ ਉਹਨਾਂ ਕੋ ਆਪ ਦਾ ਜਿਹੜਾ ਸ਼ਗਨ ਵਿਹਾਰ ਕਰਨਾ ਹੈ। ਇਦਾਂ ਸਾਧ ਸੰਗਤ ਜੀ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੂੰ ਬੇਨਤੀ ਇੱਕ ਬ੍ਰਾਹਮਣ ਨੇ ਆ ਕੇ ਕੀਤੀ ਹੈ, ਆਪ ਅੱਗੇ ਲੱਗ ਕੇ ਤੁਰ ਪਿਆ ਹੈ। ਜਹ ਮਿਲੀ ਏਕ ਥਲ ਬਾਲਾ। ਤੇ ਇਦਾਂ ਖਾਲਸਾ ਜੀ ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮੇਤ ਬਰਾਤ ਦੇ ਤੇ ਬਾਬਾ ਹਰਜਸ ਜੀ ਦੇ ਗ੍ਰਹਿ ਵਿਖੇ ਪਾਤਸ਼ਾਹ ਜੀ ਪਹੁੰਚੇ ਸਮੇਤ ਮਹਾਰਾਜ ਦੇ ਨਾਲ ਸਿੱਖ ਸੂਰਮੇ ਜਾਂ ਕਹਿ ਲਓ ਥੋੜੇ ਜਿਹੇ ਸਿੱਖ ਲੈ ਕੇ ਪਾਤਸ਼ਾਹ ਜੀ ਬਾਕੀ ਜੰਝ ਘਰ ਵਿੱਚ ਸਜੇ ਆ। ਕੁਝ ਕੁ ਸਿਆਣੇ ਪਤਵੰਤੇ ਮਾਮਾ ਕਿਰਪਾਲ ਚੰਦ ਜੀ ਵਰਗੇ ਸੰਗੋ ਸ਼ਾਹ ਵਰਗੇ ਸੂਰਮਿਆਂ ਨੂੰ ਨਾਲ ਲੈ ਕੇ ਤੇ ਪਾਤਸ਼ਾਹ ਜੀ ਮਹਾਰਾਜ ਮਾਤਾ ਜੀਤ ਕੌਰ ਜੀ ਨੂੰ ਨਾਲ ਲੈ ਕੇ ਤੇ ਚਾਲਾ ਪੈਣਾ ਹੈ ਇੱਧਰ ਸ੍ਰੀ ਅਨੰਦਪੁਰ ਸਾਹਿਬ ਨੂੰ। ਤਾਂ ਸੱਚੇ ਪਾਤਸ਼ਾਹ ਜੀ ਚਾਲੇ ਦੀ ਤਿਆਰੀ ਵਾਸਤੇ ਘਰ ਆ ਗਏ ਹਨ। ਹਸ ਗਏ ਆਨੰਦ ਬਿਲੰਦਾ। ਬਹੁਤ ਪ੍ਰਸੰਨਤਾ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਕਰਕੇ ਬੜੇ ਖੁਸ਼ ਹੋ ਰਹੀਆਂ ਹਨ। ਦ੍ਰਿਗ ਦਲ ਅਰਬਿੰਦ ਮਨਿੰਦਾ। ਸਤਿਗੁਰੂ ਪਾਤਸ਼ਾਹ ਜੀ ਦੇ ਨੇਤਰ ਇਦਾਂ ਹੈ ਜਿਵੇਂ ਕਿਤੇ ਕਮਲ ਦਾ ਫੁੱਲ ਦੀਆਂ ਵੱਡੀਆਂ ਮੋਟੀਆਂ ਪੰਖੜੀਆਂ ਹੁੰਦੀਆਂ ਹਨ। ਸਵਈਆ ਦੇਖ ਸਰੂਪ ਵਿਸ਼ੇਖ ਹੀ ਦੁਲਹੁ। ਸਾਧ ਸੰਗਤ ਜੀ ਜਦੋਂ ਫਿਰ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਘਰ ਆਏ ਨਾ ਇੱਥੇ ਮਾਤਾ ਜੀਤ ਕੌਰ ਦੇ ਪਰਿਵਾਰ ਦੇ ਘਰ, ਜਦੋਂ ਪਾਤਸ਼ਾਹ ਜੀ ਆ ਕੇ ਘਰ ਆਸਣ ਲੱਗਿਆ ਤੇ ਮਹਾਰਾਜ ਸਜ ਗਏ। ਸਤਿਗੁਰਾਂ ਦਾ ਹੁਣ ਸਾਧ ਸੰਗਤ ਜੀ ਨੇ ਸੰਸਾਰ ਬਣਾਇਆ, ਸੰਸਾਰ ਵਿੱਚ ਕਿੰਨੇ ਸੋਹਣੇ ਸਰੂਪ ਬਣੇ ਆ, ਦਰਖਤ ਕਿੰਨੇ ਸੋਹਣੇ, ਨਦੀਆਂ ਨਾਲੇ ਕਿੰਨੇ ਸੋਹਣੇ ਆ, ਕਿੰਨੀਆਂ ਕਿੰਨੀਆਂ ਸੁੰਦਰ ਵਸਤੂਆਂ ਬਣਾਈਆਂ, ਤੇ ਜਿਹਨੇ ਬਣਾਈਆਂ ਉਹਦਾ ਸਰੂਪ ਕੈਸਾ ਹੋਵੇਗਾ। ਧੰਨ ਗੁਰੂ ਕਲਗੀਧਰ ਸਾਹਿਬ ਜੀ ਰੱਜ ਕੇ ਸੁਨੱਖੇ ਹੈ। ਤੇ ਜਦੋਂ ਗੁਰੂ ਕਲਗੀਧਰ ਸਾਹਿਬ ਜਾ ਕੇ ਆਸਣ ਤੇ ਬੈਠੇ, ਜਿਹੜਾ ਵੇਂਦਾ ਗੁਰੂ ਕਲਗੀਧਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਤੇ ਕਲਗੀ ਸੋਭਦੀ ਹੈ, ਮਹਾਰਾਜ ਦੇ ਮੱਥੇ ਉੱਪਰ ਸਿਹਰਾ ਸਜਿਆ ਹੋਇਆ, ਐਨ ਤਿਆਰ ਬਰ ਤਿਆਰ ਸਜੇ ਵਜੇ ਗੁਰੂ ਕਲਗੀਧਰ ਸਾਹਿਬ ਗਰੀਬ ਨਵਾਜ ਮਹਾਰਾਜ ਦਾ ਸਰੂਪ ਵੇਖ ਵੇਖ ਕੇ ਆਨੰਦ ਤੇ ਬਤਰਾਵਤ ਹੈ। ਤੇ ਸਾਰੇ ਜਿਹੜੇ ਸੰਗਤ ਖੜੀ ਖਾਸ ਕਰਕੇ ਜਿੰਨੀਆਂ ਮਾਈਆਂ ਮੇਲ ਵਿੱਚ ਆਈਆਂ ਹੋਈਆਂ ਸਭ ਗੁਰੂ ਕਲਗੀਧਰ ਸਾਹਿਬ ਮਹਾਰਾਜ ਦਾ ਸੁੰਦਰ ਸਰੂਪ ਵੇਖ ਕੇ ਮੁਖੋਂ ਇੱਕੋ ਹੀ ਗੱਲ ਕਰਦੇ ਹਨ। ਸੁੰਦਰ ਅੰਗ ਪ੍ਰਲੰਬ ਪੁਜਾ। ਵੀ ਸੰਸਾਰ ਦੇ ਵਿੱਚ ਲਾੜਾ ਰੂਪ ਵਿੱਚ ਵਿਵਾਹ ਬਹੁਤ ਵੇਖੇ ਤੇ ਬੜੇ ਲਾੜੇ ਆਉਂਦੇ ਫੱਬ ਫੱਬ ਕੇ, ਪਰ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਵਰਗਾ ਸੁੰਦਰ ਸਰੂਪ ਨਹੀਂ ਜੀ ਅੱਜ ਤੱਕ ਕਿਤੇ ਵੇਖਿਆ। ਐਡਾ ਜਰਵਾਣਾ ਕੋਈ, ਤੇ ਐਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਦਗ ਦਗ ਕਰਦਾ ਚਿਹਰਾ, ਚੌੜਾ ਮੱਥਾ, ਕਮਾਨ ਵਾਂਗ ਸੇਲੀਆਂ ਤਣੀਆਂ ਹੋਈਆਂ, ਚੌੜੀ ਛਾਤੀ, ਗਰੀਬ ਨਵਾਜ ਪਾਤਸ਼ਾਹ ਸਤਿਗੁਰਾਂ ਦੇ ਮੋਟੇ ਮੋਟੇ ਨੇਤਰ ਹੈ, ਤੇ ਪਾਤਸ਼ਾਹ ਦੀਆਂ ਲੰਮੀਆਂ ਬਾਹਾਂ ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ। ਅਰਬਿੰਦ ਵਿਲੋਚਨ ਭਾਵਤ ਤੇ ਹੈ। ਨੇਤਰ ਭਾਈ ਇਹਨਾਂ ਦੇ ਇਸ ਤਰ੍ਹਾਂ ਦੇ ਹੈ ਜਿਵੇਂ ਕਿਤੇ ਖਿੜਿਆ ਕਮਲ ਹੁੰਦਾ ਹੈ। ਕੇਚਿਤ ਜਾਣਤ ਹੈ ਗੁਰ ਪੂਰਨ। ਇਦਾਂ ਖਾਲਸਾ ਜੀ ਕੁਝ ਸੰਗਤਾਂ ਸਤਿਗੁਰੂ ਨੂੰ ਪੂਰੇ ਸਤਿਗੁਰੂ ਜਾਣ ਕੇ ਤੇ ਹੱਥ ਜੋੜ ਜੋੜ ਖੜੇ ਹੋਏ ਹਨ। ਹੇਰਤ ਸੀਸ ਨਿਵਾਵਤ ਹੈ। ਤੇ ਮਹਾਰਾਜ ਦਾ ਸਰੂਪ ਵੇਖ ਵੇਖ ਵਾਰ ਨੇ ਬਲਿਹਾਰ ਨੇ ਜਾਂਦੀ ਸੰਗਤ ਮਹਾਰਾਜ ਨੂੰ ਵੇਖ ਵੇਖ ਸੀਸ ਨਵਾਉਂਦੀ ਹੈ। ਹਾਸ ਬਿਲਾਸ ਪ੍ਰਕਾਸ਼ ਕਰੈ। ਇਦਾਂ ਖਾਲਸਾ ਜੀ ਬੜੀ ਪ੍ਰਸੰਨਤਾ ਹਰੇਕ ਸਿੱਖ ਸੰਗਤ ਦੇ ਚਿਹਰੇ ਉੱਪਰ ਜਿਹੜਾ ਹਾਸਾ ਆ ਰਿਹਾ ਹੈ, ਹਰੇਕ ਸੰਗਤ ਦੇ ਚਿਹਰੇ ਉੱਪਰ ਖੁਸ਼ੀ ਛਾ ਰਹੀ ਹੈ। ਇੱਕ ਪ੍ਰੇਮ ਭਰੀ ਬਲ ਜਾਵਤ ਹੈ। ਪ੍ਰੇਮ ਨਾਲ ਭਰੀ ਹੋਈ ਸਾਧ ਸੰਗਤ ਮਹਾਰਾਜ ਤੋਂ ਵਾਰ ਨੇ ਬਲਿਆਰ ਨੇ ਸਦਕੇ ਜਾ ਰਹੀ ਹੈ। ਹਾਕਲ ਸੰਦ ਜਿਮ ਜੀਤ ਕੋਇਰ ਤਨ ਰੂਰਾ। ਇਦਾਂ ਸੰਗਤ ਜਿਹੜੀ ਸੰਗਤ ਹੈ ਭਾਵ ਹੁਣ ਤਕਰੀਬਨ ਜ਼ਿਆਦਾਤਰ, ਕਿਉਂਕਿ ਹੁਣ ਮਾਤਾ ਜੀਤ ਕੌਰ ਜਿਵੇਂ ਜਦੋਂ ਸਾਧ ਸੰਗਤ ਜੀ ਕੋਈ ਬੱਚੀ ਨੂੰ ਤੋਰਿਆ ਜਾਂਦਾ ਡੋਲੀ ਤੇ ਉਦੋਂ ਮਾਈਆਂ ਦਾ ਹੀ ਵਰਤਾਰਾ ਪਹਿਰਾ ਜ਼ਿਆਦਾ ਹੁੰਦਾ। ਹੁਣ ਜਿੰਨੀਆਂ ਮਾਈਆਂ ਮਾਤਾਵਾਂ ਸੰਗਤਾਂ ਖੜੀਆਂ ਤੇ ਉਹ ਸਭ ਦੇ ਮੁੱਖ ਇੱਕੋ ਹੀ ਬਚਨ ਨਿਕਲਦਾ ਸਤਿਗੁਰਾਂ ਦੀ ਸੋਭਾ ਦਾ। ਕੁਝ ਸੰਗਤ ਮਾਈਆਂ ਇਹ ਕਹਿੰਦੀ ਜਾਂ ਸਾਰੀ ਸੰਗਤ ਇਹ ਕਹਿ ਰਹੀ ਹੈ ਕਿ ਭਾਈ ਬਾਬਾ ਹਰਜਸ ਜੀ ਦੀ ਸੁਪੁੱਤਰੀ ਜਗਤ ਮਾਤਾ ਮਾਤਾ ਜੀਤ ਕੌਰ, ਇਹਨਾਂ ਦਾ ਸਰੂਪ ਵੀ ਬਹੁਤ ਸੁੰਦਰ ਹੈ, ਇਹਨਾਂ ਦੇ ਰੂਪ ਦਾ ਕੋਈ ਤੋੜ ਨਹੀਂ, ਇਹਨਾਂ ਦਾ ਸਰੂਪ ਐਨ ਰੱਜ ਕੇ ਸੁਨੱਖਾ ਸੁੰਦਰ ਹੈ ਜੀ। ਤੇ ਜਿੰਨਾ ਸਰੂਪ ਸੁੰਦਰ ਮਾਤਾ ਜੀਤ ਕੌਰ ਜੀ ਦਾ ਹੈ, ਤਿਮ ਦੁਲਹੁ ਬਰ ਗੁਰ ਪੂਰਾ। ਉਸ ਓਨਾ ਹੀ ਸਰੂਪ ਵਧੀਕ ਧੰਨ ਗੁਰੂ ਕਲਗੀਧਰ ਸਾਹਿਬ ਜਿਹੜੇ ਜੀਤ ਕੌਰ ਜੀ ਦੇ
ਲਾੜਾ ਰੂਪ ਵਰ ਰੂਪ ਹੋਏ ਹੈ। ਜਿੰਨਾ ਸਰੂਪ ਹਰਜਸ ਜੀ ਦੀ ਸੁਪੁੱਤਰੀ ਜੀਤ ਕੌਰ ਜੀ ਦਾ ਸੁੰਦਰ ਹੈ, ਓਨਾ ਹੀ ਰੱਜ ਕੇ ਪੁੱਜ ਕੇ ਸਰੂਪ ਸੁਨੱਖਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ। ਇਹ ਸੁੰਦਰ ਇੱਕ ਸਮ ਜੋਰੀ। ਇਹ ਜੋੜੀ ਸੁੰਦਰ ਹੈ, ਇੱਕੋ ਵਰਗੀ ਹੈ, ਕੋਈ ਘਾਟਵਾਦ ਨਹੀਂ ਹੈ ਜੀ। ਮਾਨੋ ਇਸੇ ਵਾਸਤੇ ਬਣੀ ਹੋਵੇ ਜੀ ਜੋੜੀ। ਮਿਲ ਜੀਵਹੁ ਬਰਖ ਕਰੋਰੀ। ਤੇ ਮਾਈਆਂ ਬਜ਼ੁਰਗ ਸੀਸਾਂ ਦੇਂਦੀਆਂ, ਹੱਥ ਰੱਖ ਰੱਖ ਸੀਸ ਤੇ ਕਿ ਜੋੜੀ ਸਲਾਮਤ ਰਹੇ, ਲੰਮੀਆਂ ਉਮਰਾਂ ਮਾਣੋ ਤੇ ਜੀਵਹ ਬਰਖ ਕਰੋਰੀ, ਕਰੋੜਾਂ ਬਰਖਾਂ ਤੱਕ ਜਿਉਂਦੇ ਰਹੋ ਜੀ। ਵੱਡ ਭਾਗਨ ਹੋਏ ਗੁਰਦਾਸੀ। ਇਦਾਂ ਵੱਡੇ ਭਾਗਾਂ ਵਾਲੀ ਹੈ ਭਾਈ ਜੀਤ ਕੌਰ, ਜਿਹੜੀ ਗੁਰੂ ਕਲਗੀਧਰ ਸਾਹਿਬ ਦੀ ਸੇਵਾ 'ਚ ਹਾਜ਼ਰ ਹੋਈ। ਦਰਸ਼ਨ ਤਾਂ ਇੱਕ ਵਾਰੀ ਮਿਲ ਜਾਵੇ ਤੇ ਤਰ ਜਾਈਦਾ ਹੈ। ਇਸ ਸਾਡੀ ਧੀ ਨੇ ਸਾਰੀ ਉਮਰ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਨੇ ਹੈ, ਸਤਿਗੁਰਾਂ ਦੀ ਸੇਵਾ ਕਰਨੀ ਹੈ। ਸਤਿਗੁਰੂ ਗਰੀਬ ਨਵਾਜ ਦੇ ਪਰਿਵਾਰ ਦੇ ਵਿੱਚ ਹਿੱਸਾ ਪੈ ਗਿਆ ਹੈ। ਇਹ ਵੱਡੇ ਭਾਗ ਹੈ ਜੀਤ ਕੌਰ ਦੇ, ਵੱਡੇ ਭਾਗ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ, ਗੁਰੂ ਕਲਗੀਧਰ ਸਾਹਿਬ ਦੇ ਘਰ ਦੀ ਸੇਵਾ ਪ੍ਰਾਪਤ ਹੋਈ ਹੈ। ਫਲ ਭਇਓ ਤਪੇ ਤਪ ਰਾਸੀ। ਇਹ ਬੀਬੀ ਦਾ ਕੋ ਪਿਛਲਾ ਤਪ ਹੈ। ਉਹ ਸੰਗਤਾਂ ਕਹਿੰਦੀਆਂ ਭਾਈ ਹਰਜਸ ਦੀ ਪੁੱਤਰੀ ਦਾ ਕੋ ਪਿਛਲਾ ਤਪ ਸੀ ਭਾਈ। ਗੁਰੂ ਕਲਗੀਧਰ ਸਾਹਿਬ ਦੇ ਤਾਂ ਦਰਸ਼ਨ ਹੀ ਵਡਮੁੱਲੇ ਹੈ, ਤੇ ਇਹਨਾਂ ਨੂੰ ਤਾਂ ਗੁਰੂ ਕਲਗੀਧਰ ਸਾਹਿਬ ਦੀ ਸੇਵਾਦਾਰ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨਦਾਸੀ ਹੋਣ ਦਾ ਸੁਭਾਗ ਪ੍ਰਾਪਤ ਹੈ। ਇਹ ਸਾਰਾ ਤਪ ਕੀਤੇ ਹੋਏ ਦਾ ਫਲ ਹੈ ਜੀ। ਜਿਮ ਚਿਤਰਾ ਸਾਰ ਸਮੇਤਾ। ਇਦਾਂ ਸਾਧ ਸੰਗੀ ਜਿਵੇਂ ਕਿਸੇ ਨੇ ਸਾਰ ਸ਼੍ਰੇਸ਼ਟ ਚਿੱਤਰ ਬਣਾਇਆ ਹੁੰਦਾ ਹੈ। ਦੁਤ ਬ੍ਰਿੰਦ ਚੰਦ ਸੁਧ ਹੇਤਾ। ਜਾਂ ਕਹਿ ਲਓ ਜਿਵੇਂ ਸੁੰਦਰ ਚੰਦਰਮਾ ਹੁੰਦਾ ਹੈ, ਇਦਾਂ ਸੁੰਦਰ ਚੰਦਰਮਾ ਵਰਗਾ ਆਨੰਦ ਚਿੱਤ ਵਾਲੀ, ਜਾਂ ਕਹਿ ਲਓ ਜਿਵੇਂ ਸੁੰਦਰ ਚੰਦਰਮਾ ਹੁੰਦਾ ਹੈ ਤੇ ਚੰਦਰਮਾ ਦੀ ਇਸਤਰੀ ਜਿਵੇਂ ਤਾਰਾ ਮੰਨੀ ਹੈ। ਚੰਦ ਤਾਰਾ ਨਹੀਂ ਕਹਿੰਦੇ, ਚੰਦ ਤਾਰਾ ਕਹਿੰਦੇ, ਚੰਦ ਤਾਰੇ ਵਰਗੀ ਜੋੜੀ ਹੈ ਭਾਈ ਇਹ ਗੁਰੂ ਕਲਗੀਧਰ ਸਾਹਿਬ ਤੇ ਧੰਨ ਮਾਤਾ ਜੀਤ ਕੌਰ ਜੀ। ਇਸ ਤਰ੍ਹਾਂ ਖਾਲਸਾ ਜੀ ਸਾਰੀਆਂ ਸੰਗਤਾਂ ਵਾਰ ਨੇ, ਬਲਿਹਾਰ ਨੇ, ਸੱਚੇ ਪਾਤਸ਼ਾਹ ਗਰੀਬ ਨਵਾਜ ਤੋਂ ਸਦਕੇ ਜਾਂਦੀਆਂ ਹਨ। ਘਨ ਸ਼ਾਮ ਸਾਥ ਸਤ ਭਾਮਾ। ਜਿਵੇਂ ਘਣ ਸ਼ਾਮ ਕਹੀਏ ਕ੍ਰਿਸ਼ਨ ਭਗਵਾਨ ਜੀ ਦੀ ਜਿਹੜੀ ਸੁਪਤਨੀ ਸਤਭਾਮਾ ਨਾਮ ਦੀ ਇਸਤਰੀ ਹੋਵੇ, ਕ੍ਰਿਸ਼ਨ ਭਗਵਾਨ ਤੇ ਉਹਦੀ ਪਤਨੀ ਦੀ ਜੋੜੀ ਵਰਗੀ ਜੋੜੀ ਹੈ। ਜਿਮ ਮਿਲੀ ਰਹਿਤ ਸੁਖ ਧਾਮਾ। ਜਿਵੇਂ ਸੁਖਾਂ ਦੇ ਘਰ ਦੇ ਨਾਲ ਮਿਲ ਰਹੀ ਹੋਵੇ ਜੀ। ਗੁਰ ਪੂਰਨ ਸੋ ਤਿਮ ਜੀਤੋ। ਇਦਾਂ ਧੰਨ ਗੁਰੂ ਕਲਗੀਧਰ ਸਾਹਿਬ ਤੇ ਧੰਨ ਮਾਤਾ ਜੀਤ ਕੌਰ ਇਹਨਾਂ ਦੀ ਜੋੜੀ ਫੱਬ ਰਹੀ ਹੈ ਜੀ। ਬਹੁ ਸ਼ੁਭ ਹੈ ਆਨੰਦ ਚੀਤੋ। ਤੇ ਜਿਨ੍ਹਾਂ ਬਹੁਤ ਸ਼ੁਭ ਹੈ, ਕਹਿੰਦੇ ਬਹੁਤ ਸ਼ੋਭਾ ਪਾ ਰਹੀ ਜੋੜੀ, ਜਿਹੜਾ ਵੇਖਦਾ ਹੈ ਉਹਦੇ ਮਨ ਨੂੰ ਆਨੰਦ ਆ ਜਾਂਦਾ, ਚਿੱਤ ਪ੍ਰਸੰਨ ਹੋ ਜਾਂਦਾ ਹੈ। ਜਿਵੇਂ ਰਾਮਚੰਦ ਅਰ ਸੀਤਾ। ਇੱਕ ਐਸੀ ਜੋੜੀ ਭਾਈ ਜਿਵੇਂ ਸ੍ਰੀ ਰਾਮਚੰਦਰ ਤੇ ਮਾਤਾ ਸੀਤਾ ਦੀ ਜੋੜੀ ਹੁੰਦੀ ਹੈ। ਨਿਜ ਪ੍ਰੇਮ ਨਿਬਾਹਨ ਕੀਤਾ। ਤੇ ਜਿਵੇਂ ਉਹਨਾਂ ਆਪਦਾ ਪ੍ਰੇਮ ਨਿਬਾਹਨ ਕੀਤਾ, ਕਹਿੰਦੇ ਇਦਾਂ ਸੁੰਦਰ ਜੋੜੀ ਧੰਨ ਗੁਰੂ ਕਲਗੀਧਰ ਸਾਹਿਬ ਧੰਨ ਮਾਤਾ ਜੀਤ ਕੌਰ ਜੀ ਦੀ ਹੈ। ਚਖ ਚਪਲ ਚਾਰ ਸੀ ਚਾਰੂ। ਸੁੰਦਰ ਨੇਤਰ, ਇਸ ਤਰ੍ਹਾਂ ਚਪਲ ਚੰਚਲ ਨੇਤਰ ਸੁੰਦਰ, ਚਾਰੂ ਸੁੰਦਰ, ਚਪਲ ਚੰਚਲ, ਚਖ ਨੇਤਰ, ਚਾਰੂ ਸੁੰਦਰ, ਤੇ ਚਾਰ ਦਾ ਅਰਥ ਵੀ ਸੁੰਦਰ ਤੋਂ ਸੁੰਦਰ ਹੈ ਜੀ। ਚਿਤਵੰਤ ਰੂਪ ਸੋ ਕੁਮਾਰੂ। ਤੋ ਇਦਾਂ ਨਾ ਮਾਈਆਂ ਐਨ ਅੱਖਾਂ ਲਾ ਕੇ ਨਾ ਸਾਰਾ ਜਿਹੜਾ ਵੇਖਦਾ ਟਕੀ ਲਾ ਕੇ ਦੋਹਾਂ ਨੂੰ ਵੇਖੀ ਜਾਂਦਾ, ਕਿਤੇ ਪਾਸੇ ਨੇਤਰ ਕਰਨ ਨੂੰ ਮਨ ਨਹੀਂ ਕਰਦਾ ਹੈ ਜੀ। ਹਿਮ ਬੋਲਤ ਸਗਨ ਬਨਾਏ। ਸਾਰੇ ਇਦਾਂ ਸੋਭਾ ਕਰਦੇ ਜੋੜੀ ਦੀ, ਬੜੇ ਸ਼ਗਨ ਮਨਾਏ ਜਾ ਰਹੇ, ਖੁਸ਼ੇ ਮਨਾਏ ਜਾ ਰਹੇ ਹੈ। ਗੁਰ ਕੋ ਪਿਖ ਆਨੰਦ ਉਪਾਏ। ਧੰਨ ਗੁਰੂ ਕਲਗੀਧਰ ਸਾਹਿਬ ਦਾ ਸਰੂਪ ਵੇਖ ਸੰਗਤਾਂ ਬੜਾ ਆਨੰਦ ਪ੍ਰਾਪਤ ਕਰਦੀਆਂ ਹਨ। ਚਹੂ ਔਰ ਮਿਲੀ ਸਮੁਦਾਏ। ਚਾਰ ਚਫੇਰੇ ਸੰਗਤ ਇਕੱਠੀ ਹੋ ਰਹੀ ਹੈ। ਲਖ ਮਹਿਮਾ ਸੀਸ ਨਿਵਾਏ। ਸਤਿਗੁਰਾਂ ਦੀ ਮਹਿਮਾ ਜਾਣ ਕੇ ਸਤਿਗੁਰੂ ਸਾਹਿਬ ਮਹਾਰਾਜ ਨੂੰ ਸਾਰੀਆਂ ਸੰਗਤਾਂ ਸੀਸ ਨਿਵਾਉਂਦੀਆਂ ਹਨਗੀਆਂ। ਇਸ ਤਰ੍ਹਾਂ ਖਾਲਸਾ ਜੀ ਧੰਨ ਸਾਹਿਬੇ ਕਮਾਲ ਅੰਮ੍ਰਿਤ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ, ਧੰਨ ਜਗਤ ਮਾਤਾ ਜੀਤ ਕੌਰ, ਇਹਨਾਂ ਦੋਹਾਂ ਨੂੰ ਪਾਤਸ਼ਾਹ ਤੇ ਮਹਾਰਾਜ ਦੇ ਮਹਿਲਾਂ ਨੂੰ ਵੇਖ ਸਭ ਸੋਭਾ ਕਰਦੇ ਆ ਸੱਚੇ ਪਾਤਸ਼ਾਹ ਜੀ ਦੇ ਘਰ ਦੀ। ਇਸ ਤਰ੍ਹਾਂ ਖਾਲਸਾ ਜੀ ਸੰਗਤਾਂ ਮਹਾਰਾਜ ਦੇ ਚਰਨ ਪਰਸ ਰਹੀਆਂ। ਜਿਵੇਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਥੇ ਉਹ ਤਰਬੇਣੀ ਸਾਹਿਬ ਸਥਾਨ ਬਣਿਆ ਹੋਇਆ ਇੱਥੇ ਗੁਰੂ ਕੇ ਲਾਹੌਰ, ਉਹ ਝਰਨਾ ਪਾਣੀ ਇੱਥੋਂ ਜਲ ਪ੍ਰਗਟ ਕੀਤਾ ਸੀ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ। ਇੱਕ ਵਰਸ਼ਾ ਮਾਰਿਆ ਸੰਗੋ ਸ਼ਾਹ ਜੀ, ਉਹ ਭੁਲੇਖਾ ਸੀ ਮਹਾਰਾਜ ਨੇ ਕੱਢ ਦਿੱਤਾ ਸੀ ਉਹ ਮਨ ਵਿੱਚ ਵੀ ਮੇਰੇ ਵਰਗਾ ਜਿਵੇਂ ਕੋਈ ਬਲੀ ਨਹੀਂ ਹੈ, ਤੇ ਸਤਿਗੁਰਾਂ ਨੇ ਫਿਰ ਉਹ ਪਰਖਿਆ ਸੀ, ਵਰਸ਼ਾ ਨਹੀਂ ਸੀ ਪਟਿਆ ਗਿਆ। ਮਹਾਰਾਜ ਨੇ ਫਿਰ ਖਿੱਚ ਲਿਆ, ਫਿਰ ਦੂਜੀ ਵਾਰੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੂਜੀ ਵਾਰੀ ਫਿਰ ਨਾ ਪਟਿਆ, 2 ਚਸ਼ਮੇ ਫੁੱਟੇ ਫੁਹਾਰੇ ਜਲ ਦੇ। ਫਿਰ ਬੇਨਤੀ ਕੀਤੀ, ਕਹਿੰਦੇ ਮਹਾਰਾਜ ਹਿੰਦੂ ਤਰਵੇਣੀ ਤੇ ਜਾਂਦੇ ਆ ਤੇ
ਆਪ ਜੀ ਕਿਰਪਾ ਕਰੋ। ਹੁਣ ਇੱਕ ਹੋਰ ਮਾਰ ਕੇ ਤੇ ਤਰਬੇਣੀ ਬਣਾ ਦਿਓ। ਸਤਿਗੁਰ ਵਰ ਇੱਕ ਹੋਰ ਵਰਸ਼ਾ ਮਾਰਿਆ, ਫਿਰ ਤਰਬੇਣੀ ਬਣਾ 3 ਫੁਹਾਰੇ ਫੁੱਟਣ ਲਾ ਦਿੱਤੇ ਸੀ ਪਾਤਸ਼ਾਹ ਨੇ। ਉਹ ਵੀ ਉਹ ਕਥਾ ਕੱਲ ਦੇ ਦੀਵਾਨ ਵਿੱਚ ਆਪ ਜੀ ਸ਼ਰਵਣ ਕਰੋਗੇ। ਇੱਥੇ ਸਮਾਪਤਾ ਹੈ ਜੀ। ਹੋਈਆਂ ਪੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਇਮ ਬੋਲਤ ਸਗੁਨ ਮਨਾਏ, ਗੁਰ ਕੋ ਪਿਖ ਆਨੰਦ ਉਪਾਏ। ਚਹੂ ਓਰ ਮਿਲੀ ਸਮੁਦਾਏ, ਲਖ ਮਹਿਮਾ ਸੀਸ ਨਿਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।